परम सत्कारयोग साध संगत जी, सब अपनी अपनी रसना ਨੂੰ ਪਵਿੱਤਰ ਕਰੀਏ। ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਹਰੀ ਸਿੰਘ ਜੀ। ਨਾਮਧਾਰੀ ਹਿਰਦੇ ਸਮਰਾਟ ਸਤਿਗੁਰੂ ਨੂੰ ਯਾਦ ਕਰੀਏ। ਸਭ ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ। ਤੁਸੀਂ ਹਾਜ਼ਰ ਨਾਜ਼ਰ ਸਭ ਥਾਂ ਹੋ, ਸਤਿਗੁਰ ਉਦੇ ਸਿੰਘ ਪਿਆਰੇ ਜੀ। ਹੈ ਮਿਹਰ ਤੁਸਾਂ ਦੀ ਸੰਗਤ ਤੇ ਸੰਗਤ ਹੈ ਤੁਸਾਂ ਸਹਾਰੇ ਜੀ। ਸਭ ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ। ਸਾਧ ਸੰਗਤ ਜੀ, ਆਪ ਜੀ ਸ੍ਰੀ ਸਤਿਗੁਰੂ ਹਰੀ ਸਿੰਘ ਦਾ ਇਤਿਹਾਸ ਸਰਵਣ ਕਰ ਰਹੇ ਸੀ। ਸਤਿਗੁਰੂ ਰਾਮ ਸਿੰਘ ਜੀ ਪ੍ਰਦੇਸ਼ ਚਲੇ ਗਏ ਨੇ। ਉੱਥੋਂ ਬਾਬਾ ਦਰਬਾਰਾ ਸਿੰਘ ਦੇ ਹੱਥ ਹੁਕਮਨਾਮਾ ਭੇਜਿਆ ਹੈ ਕਿ ਅੱਜ ਤੋਂ ਬਾਅਦ ਇਸ ਦਾ ਨਾਮ ਹਰੀ ਸਿੰਘ ਹੋਇਆ। ਇਹ ਸਿੱਖੀ ਨੂੰ ਹਰੀ ਰੱਖਣਗੇ, ਇਹ ਮੇਰੇ ਧੱਕੇ ਨੂੰ ਬਖਸ਼ ਲੈਣਗੇ, ਪਰ ਮੈਂ ਇਹਨਾਂ ਦੇ ਧੱਕੇ ਨੂੰ ਨਹੀਂ ਬਖਸ਼ਾਂਗਾ। ਆਪਣੇ ਤੋਂ ਵੀ ਉਹਨਾਂ ਨੇ ਵੱਡਾ ਕਰਕੇ ਸਤਿਗੁਰੂ ਹਰੀ ਸਿੰਘ ਜੀ ਨੂੰ ਇਸ ਤਰ੍ਹਾਂ ਬਖਸ਼ਿਸ਼ ਕੀਤੀ ਉਹਨਾਂ ਦੇ ਉੱਤੇ। ਸਾਧ ਸੰਗਤ ਜੀ, ਮੈਂ ਅਰਜ਼ ਕਰ ਰਿਹਾ ਸੀ ਸਤਿਗੁਰੂ ਹਰੀ ਸਿੰਘ ਜੀ ਕਿਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਜੀ ਦੇ ਹੁਕਮਾਂ ਨੂੰ ਮੰਨਦੇ। ਉਹਨਾਂ ਦੇ ਹੁਕਮਾਂ ਦੇ ਵਿੱਚ ਕਦੀ ਵੀ ਸਤਿਗੁਰੂ ਹਰੀ ਸਿੰਘ ਜੀ ਬਚਨ ਕਰਿਆ ਕਰਦੇ ਸਨ ਕਿ ਮੈਂ ਕਦੀ ਵੀ ਛੋਟੇ ਹੁੰਦਿਆਂ ਤੋਂ ਵੀ ਉਹਨਾਂ ਦਾ ਆਖਾ ਨਹੀਂ ਸੀ ਮੋੜਿਆ। ਮੈਂ ਕਦੀ ਵੀ ਉਹਨਾਂ ਨੂੰ ਕੰਮ ਨਹੀਂ ਸੀ ਦੱਸਿਆ ਸਤਿਗੁਰੂ ਰਾਮ ਸਿੰਘ ਜੀ ਨੂੰ ਕਿ ਤੁਸੀਂ ਆਹ ਕੰਮ ਕਰ ਲਵੋ, ਮੈਂ ਆਹ ਕੰਮ ਕਰ ਲੈਂਦਾ। ਜੇ ਉਹਨਾਂ ਦੀ ਰਜਾ ਹੋਵੇ ਤਾਂ ਉਹਨਾਂ ਨੇ ਆਪਣੀ ਇੱਛਾ ਨਾਲ ਕੰਮ ਕਰਨਾ, ਨਹੀਂ ਤਾਂ ਮੈਂ ਆਪ ਹੀ ਸਾਰੇ ਕੰਮ ਕਰਿਆ ਕਰਦਾ ਸੀ। ਇਸ ਤਰ੍ਹਾਂ ਸਤਿਗੁਰੂ ਹਰੀ ਸਿੰਘ ਜੀ ਆਪਣੇ ਆਪ ਨੂੰ ਸਮਰਪਣ ਕਰਕੇ ਸਤਿਗੁਰ ਦੇ ਚਰਨਾਂ ਵਿੱਚ ਇੱਕ ਕਦੀ ਇਹ ਜਤਾਇਆ ਨਹੀਂ ਕਿ ਮੈਂ ਛੋਟਾ ਭਰਾ ਹਾਂ, ਸੰਗਤ ਮੇਰਾ ਵੀ ਸਤਿਕਾਰ ਕਰੇ। ਸਾਧ ਸੰਗਤ ਜੀ, ਜਿਸ ਨਾਲ ਸਤਿਗੁਰ ਕਿਰਪਾ ਕਰਦੇ ਨੇ, ਪਿਆਰ ਕਰਦੇ ਨੇ, ਬਖਸ਼ਿਸ਼ਾਂ ਕਰਦੇ ਨਾ ਜਿਸ ਉੱਤੇ, ਧੱਕੇ ਨਾਲ ਹੀ ਉਹਦਾ ਜਿਹੜਾ ਮਨ ਹੈ ਨਾ, ਉਹ ਐਸਾ ਹੰਕਾਰ ਵਿੱਚ ਵੀ ਆ ਜਾਂਦਾ ਹੈ। ਉਹ ਇਸ ਤਰ੍ਹਾਂ ਦਾ ਹੋ ਜਾਂਦਾ ਉਹਦਾ ਸੁਭਾਅ ਕਿ ਮੇਰੇ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਇਸ ਦੁਨੀਆ 'ਤੇ, ਮੈਂ ਜੋ ਆਖਾਂਗਾ ਉਹੀ ਮੰਨਿਆ ਜਾਏਗਾ। ਇਸ ਕਰਕੇ ਇਹ ਸਤਿਗੁਰ ਹੀ ਬਖਸ਼ਿਸ਼ ਕਰੇ ਅਤੇ ਤਾਂ ਹੀ ਹੁੰਦਾ। ਇਸ ਕਰਕੇ ਸਤਿਗੁਰੂ ਹਰੀ ਸਿੰਘ ਜੀ ਭਰਾ ਹੋ ਕੇ ਵੀ ਕਦੀ ਇਹ ਨਹੀਂ ਜਨਾਇਆ। ਸੰਗਤ ਵਿੱਚ ਤਾਂ ਜਾ ਕੇ ਦਰਸ਼ਨ ਦੇਣੇ ਜੇ ਸਤਿਗੁਰੂ ਰਾਮ ਸਿੰਘ ਜੀ ਖੜਨਾ ਨਾਲ। ਉਸ ਤਰ੍ਹਾਂ ਕਦੀ ਵੀ ਸਤਿਗੁਰੂ ਹਰੀ ਸਿੰਘ ਜੀ ਨਹੀਂ ਸਮਝਾਇਆ ਕਰਦੇ ਆਪਣੇ ਦਸਾਂ ਨੌਆਂ ਦੀ ਕਿਰਤ ਕਰਨੀ। ਉਸ ਤੋਂ ਬਾਅਦ ਕਿਰਤ ਕਰਕੇ ਹੀ ਉੱਚੋਂ ਦਸਵੰਧ ਮੱਥਾ ਟੇਕਣਾ, ਜਿਵੇਂ ਸਧਾਰਨ ਸਿੱਖ ਇਸ ਤਰ੍ਹਾਂ ਕਰਿਆ ਕਰਦੇ ਸਨ। ਇਸੇ ਤਰ੍ਹਾਂ ਹੀ ਸਤਿਗੁਰੂ ਹਰੀ ਸਿੰਘ ਜੀ ਬਖਸ਼ਿਸ਼ ਕਰਨੀ। ਜਦੋਂ ਸਤਿਗੁਰੂ ਰਾਮ ਸਿੰਘ ਜੀ ਉਹਨਾਂ ਨੂੰ ਪ੍ਰਗਟ ਕੀਤਾ ਸੰਗਤ ਦੇ ਵਿੱਚ, ਕਈ ਸਿੱਖਾਂ ਦਾ ਮਨ ਜਿਹੜਾ ਸੀ ਉਹ ਨਹੀਂ ਸੀ ਹੱਲੇ ਖੜਦਾ ਸਤਿਗੁਰੂ ਹਰੀ ਸਿੰਘ ਜੀ 'ਤੇ। ਜਦੋਂ ਮਨ ਨਹੀਂ ਸੀ ਖੜਦਾ, ਫਿਰ ਅਸੀਂ ਦੁਨਿਆਵੀ ਜੀ ਹਾਂ, ਅਸੀਂ ਕੀ ਸੋਚ ਲੈਂਦੇ ਹਾਂ, ਅਸੀਂ ਮਨ ਵਿੱਚ ਇੱਕ ਆਪਣਾ ਵਿਚਾਰ ਬਣਾ ਲਿਆ ਕਿ ਜੇ ਮੇਰੀ ਆਹ ਗੱਲ ਪੂਰੀ ਹੋ ਜਾਏਗੀ ਮੈਂ ਇਹਨਾਂ ਨੂੰ ਗੁਰੂ ਮੰਨ ਲਵਾਂਗਾ। ਜੇ ਮੇਰਾ ਆਹ ਬਚਨ ਪੂਰਾ ਕਰ ਦੇਣ, ਆਹ ਮੇਰੇ ਮਨ ਦਾ ਫੁਰਨਾ ਪੂਰਾ ਕਰ ਦੇਣ, ਮੈਂ ਇਹਨਾਂ ਨੂੰ ਗੁਰੂ ਮੰਨ ਲਵਾਂਗਾ। ਸਤਿਗੁਰੂ ਜਗਜੀਤ ਸਿੰਘ ਜੀ ਦੇ ਉਪਦੇਸ਼ ਵਿੱਚ ਆਉਂਦਾ ਹੈ, ਜਿਹੜੇ ਸਾਡੇ ਆ ਫੁਰਨੇ ਨੇ ਨਾ, ਇਹ ਬਹੁਤ ਛੋਟੇ ਨੇ। ਅਸੀਂ ਇਹਨਾਂ ਫੁਰਨਿਆਂ ਦੇ ਮਗਰ ਲੱਗ ਕੇ ਕਈ ਵਾਰ ਅਸੀਂ ਰਾਹ ਭਟਕ ਜਾਂਦੇ ਹਾਂ। ਸਤਿਗੁਰ ਕਿਰਪਾ ਕਰਨ ਸਾਡੇ ਮਨਾਂ ਦੇ ਉੱਤੇ, ਜੇ ਅਸੀਂ ਇਹ ਗੱਲ ਆਖ ਦਈਏ ਕਿ ਮੈਂ ਤੈਨੂੰ ਤਾਂ ਗੁਰੂ ਮੰਨਾਂਗਾ ਜੇ ਮੈਨੂੰ ਆਹ ਕੰਮ ਕਰਕੇ ਵਿਖਾਓਗੇ। ਸਾਧ ਸੰਗਤ ਜੀ, ਮੈਨੂੰ ਤਾਂ ਗੁਰੂ ਦੀ ਲੋੜ ਹੈ, ਪਰ ਗੁਰੂ ਨੂੰ ਮੇਰੀ ਕੀ ਲੋੜ ਹੈ? ਗੁਰੂ ਨੂੰ ਸਾਡੀ ਕੋਈ ਲੋੜ ਨਹੀਂ। ਉਹ ਸਾਡੇ 'ਤੇ ਦਿਆਲ ਹੁੰਦਾ ਹੈ, ਸਾਡੇ 'ਤੇ ਬਖਸ਼ਿਸ਼ ਕਰਦਾ ਹੈ, ਸਾਡੀ ਉਹ ਮਨੋਕਾਮਨਾ ਨੂੰ ਪੂਰਾ ਕਰ ਦਿੰਦਾ ਹੈ। ਅਤੇ ਜੇ ਉਹਦੀ ਰਜਾ ਹੋਵੇ ਮੈਂ ਨਹੀਂ ਕਰਨਾ,
ਫਿਰ ਅਸੀਂ ਤਾਂ ਉਸ ਚੱਕਰ 'ਚ ਖ਼ਤਮ ਹੀ ਹੋ ਗਏ। ਸਾਨੂੰ ਤਾਂ ਦਿਸਿਆ ਹੀ ਕੁਝ ਨਾ, ਕਿਉਂਕਿ ਅਸੀਂ ਤਾਂ ਆਪਣੀ ਮਨਮਰਜ਼ੀ ਕਰ ਲਈ। ਇਸੇ ਤਰ੍ਹਾਂ ਹੀ ਸਤਿਗੁਰੂ ਰਾਮ ਸਿੰਘ ਜੀ ਪ੍ਰਦੇਸ਼ ਚਲੇ ਗਏ ਨੇ। ਸਤਿਗੁਰੂ ਹਰੀ ਸਿੰਘ ਜੀ ਦੇ ਬਾਬਾ ਦਰਬਾਰਾ ਸਿੰਘ ਦੇ ਹੱਥ ਹੁਕਮਨਾਮਾ ਭੇਜ ਦਿੱਤਾ ਹੈ। ਨਾਲ ਹੁਕਮਨਾਮਾ ਭੇਜ ਕੇ ਬਚਨ ਕੀਤਾ ਸੀ, ਇਸ ਨੂੰ ਚੰਗੀ ਤਰ੍ਹਾਂ ਸਮਝ ਕੇ ਇਸ ਹੁਕਮਨਾਮੇ ਨੂੰ ਪਾਣੀ ਵਿੱਚ ਗਾਲ ਦੇਣਾ ਜਾਂ ਅੱਗ ਵਿੱਚ ਭੇਂਟ ਕਰ ਦੇਣਾ। ਉਹ ਹੁਕਮਨਾਮਾ ਵੀ ਸੰਭਾਲ ਕੇ ਰੱਖ ਲਿਆ ਸੀ। ਉਸ ਸਮੇਂ ਜਿਹੜੇ ਮੁਕਬਰ ਸਨ ਭੈਣੀ ਸਾਹਿਬ ਦੇ ਵਿੱਚ, ਮੁਕਬਰ ਤੋਂ ਭਾਵ ਜਿਹੜੇ ਜਸੂਸੀ ਕਰਦੇ ਸਨ ਭੈਣੀ ਸਾਹਿਬ ਦੇ ਵਿੱਚ, ਕਈ ਨਾਮਧਾਰੀ ਵੀ ਬਣੇ ਹੋਏ ਸਨ ਪਰ ਗੌਰਮੈਂਟ ਤੋਂ ਤਨਖਾਹ ਲੈਂਦੇ ਸਨ। ਬੀਬੀ ਨੰਦਾ ਦਾ ਪੁੱਤਰ ਬਸੰਤ ਸਿੰਘ ਦੁਰਗਾਪੁਰ ਮੰਗਿਆ ਹੋਇਆ ਸੀ। ਉਹਦਾ ਜਿਹੜਾ ਸਹੁਰਾ ਸੀ ਬਸੰਤ ਸਿੰਘ ਦਾ, ਟਾਈਮ ਹੋ ਗਿਆ, ਕਾਫੀ ਸਮਾਂ ਹੋ ਗਿਆ ਸੀ ਮੰਗੇ ਹੋਏ ਨੂੰ। ਸਤਿਗੁਰੂ ਰਾਮ ਸਿੰਘ ਜੀ ਪ੍ਰਦੇਸ਼ ਚਲੇ ਗਏ। ਉਹ ਜਿਹੜਾ ਇਹ ਕਾਰਜ ਐਸਾ ਵਰਤਿਆ ਕਿ ਉਹ ਵਿਆਹ ਆਨੰਦ ਨਾ ਕਰ ਸਕੇ। ਉਹਨਾਂ ਨੇ ਸਤਿਗੁਰੂ ਹਰੀ ਸਿੰਘ ਦੇ ਚਰਨਾਂ ਵਿੱਚ ਅਰਜ਼ ਕੀਤੀ। ਸਤਿਗੁਰੂ ਹਰੀ ਸਿੰਘ ਜੀ ਜਦੋਂ ਸਤਿਗੁਰੂ ਰਾਮ ਸਿੰਘ ਜੀ ਪ੍ਰਦੇਸ਼ ਚਲੇ ਗਏ ਨੇ, ਉਸ ਤੋਂ ਬਾਅਦ ਸਤਿਗੁਰੂ ਹਰੀ ਸਿੰਘ ਜੀ ਨੂੰ ਉਹਨਾਂ ਨੇ 3-4 ਸਾਲ ਭੈਣੀ ਸਾਹਿਬ ਤੋਂ ਬਾਹਰ ਨਹੀਂ ਸੀ ਜਾਣ ਦਿੱਤਾ ਅਤੇ ਬਹੁਤ ਸਖਤ ਪਹਿਰਾ ਲਾਇਆ ਸੀ। ਸਤਿਗੁਰੂ ਹਰੀ ਸਿੰਘ ਜੀ ਨੇ ਆਖਿਆ ਵੀ ਤੁਸੀਂ ਮਨਜ਼ੂਰੀ ਲੈ ਲਵੋ। ਉਹਨਾਂ ਨੇ ਲਾਹੌਰ ਅਰਜ਼ੀ ਪਾਈ ਕਿ ਸਾਨੂੰ ਮਨਜ਼ੂਰੀ ਦਿਓ, ਅਸੀਂ ਆਨੰਦ ਕਰਾਉਣਾ ਹੈ ਆਪਣੀ ਲੜਕੀ ਦਾ। ਉਹਨਾਂ ਨੇ ਮਨਜ਼ੂਰੀ ਦੇ ਦਿੱਤੀ ਵੀ ਸਿਰਫ 5 ਸਿੱਖ ਜਾਣਗੇ, ਤੁਸੀਂ ਆਨੰਦ ਕਰਾ ਲਓ। ਸਿਰਫ 5 ਸਿੱਖਾਂ ਦੀ ਮਨਜ਼ੂਰੀ ਮਿਲੀ। ਸਤਿਗੁਰੂ ਹਰੀ ਸਿੰਘ ਜੀ ਨੂੰ ਆਣ ਕੇ ਦੱਸਿਆ। ਸਿੱਖਾਂ ਨੇ ਅੱਗੋਂ ਆਖਿਆ ਕਿ 5 ਸਿੱਖਾਂ ਨਾਲ ਤਾਂ ਆਨੰਦ ਨਹੀਂ ਕੀਤਾ ਜਾਏਗਾ। ਫਿਰ ਲੁਧਿਆਣੇ ਜਾ ਕੇ ਦੁਬਾਰਾ ਅਰਜ਼ੀ ਪਾਈ ਕਿ ਸਾਨੂੰ ਵੱਧ ਸਿੱਖਾਂ ਦੀ ਮਨਜ਼ੂਰੀ ਦਿਓ। ਉਹਨਾਂ ਨੇ 100 ਸਿੱਖਾਂ ਦੀ ਮਨਜ਼ੂਰੀ ਦੇ ਦਿੱਤੀ। ਸਤਿਗੁਰੂ ਹਰੀ ਸਿੰਘ ਜੀ ਸਿੱਖਾਂ ਦੇ ਨਾਲ ਦੁਰਗਾਪੁਰ ਗਏ, ਉੱਥੇ ਜਾ ਕੇ ਨਿਵਾਸ ਕੀਤਾ। ਅਗਲੇ ਦਿਨ ਸਵੇਰੇ ਆਸਾ ਦੀ ਵਾਰ ਹੋਈ। ਆਸਾ ਦੀ ਵਾਰ ਦੇ ਵਿੱਚ ਹਵਨ ਕੀਤਾ, ਵੇਦੀ ਗੱਡੀ ਗਈ। ਲਾਵਾਂ ਪੜ੍ਹ ਕੇ ਜਿਹੜੀ ਸਤਿਗੁਰੂ ਰਾਮ ਸਿੰਘ ਜੀ ਮਰਜ਼ਾਦਾ ਪ੍ਰਚਲਿਤ ਕੀਤੀ ਸੀ, ਉਸ ਦੇ ਅਨੁਸਾਰ ਉਸ ਦਾ ਆਨੰਦ ਕਾਰਜ ਕੀਤਾ ਗਿਆ। ਆਨੰਦ ਕਾਰਜ ਕਰਨ ਤੋਂ ਬਾਅਦ ਜਦੋਂ ਪਤਾ ਲੱਗਾ ਕਿ ਸਤਿਗੁਰੂ ਹਰੀ ਸਿੰਘ ਜੀ, ਮੈਨੂੰ ਲੱਗਦਾ ਸ਼ਾਇਦ ਇਹ ਪਹਿਲਾ ਦੌਰਾ ਹੋਏਗਾ ਉਹਨਾਂ ਦਾ, ਜਦੋਂ ਸਤਿਗੁਰੂ ਹਰੀ ਸਿੰਘ ਜੀ ਭੈਣੀ ਸਾਹਿਬ ਤੋਂ ਬਾਹਰ ਦਰਸ਼ਨ ਦੇਣ ਆਏ ਨੇ, ਲੋਕਾਂ ਨੂੰ ਪਤਾ ਲੱਗਾ, ਸੰਗਤਾਂ ਨੂੰ ਪਤਾ ਲੱਗਾ ਕਿ ਸੱਚੇ ਪਾਤਸ਼ਾਹ ਜੀ ਦਰਸ਼ਨ ਦੇਣ ਆਏ ਨੇ, ਜਾ ਕੇ ਦਰਸ਼ਨ ਕਰੀਏ। ਹੁਣ ਜਿਹੜੀ ਸੰਗਤ ਸੀ ਉੱਥੇ ਜ਼ਿਆਦੀ ਆ ਗਈ, ਉਹ ਦਰਸ਼ਨ ਕਰ ਰਹੀ ਏ। ਇੱਕ ਛੂਤੀਏ ਸਿੰਘ ਸਨ, ਇੱਕ ਜਥਾ ਸੀ ਛੂਤੀਏ ਸਿੰਘਾਂ ਦਾ, ਉਹ ਵੀ ਉੱਥੇ ਆਏ। ਉਹ ਕਾਫੀ ਸਾਰੇ ਛੂਤੀਏ ਸਿੰਘ ਆ ਗਏ। ਛੂਤੀਏ ਸਿੰਘ ਇਸ ਤਰ੍ਹਾਂ ਦੇ ਸਨ, ਉਹਨਾਂ ਦਾ ਸੁਭਾਅ, ਉਹਨਾਂ ਨੇ ਆਪਣੀ ਮਨਮਰਜ਼ੀ ਨਾਲ ਆਪਣੇ ਆਪ ਨੂੰ ਥੋੜ੍ਹਾ ਜਿਹਾ ਵੱਖਰਾ ਕਰ ਲਿਆ। ਕਿਸ ਤਰ੍ਹਾਂ ਵੱਖਰਾ ਕਰ ਲਿਆ? ਉਹ ਲੱਕੜਾਂ ਵੀ ਧੋ ਕੇ ਫਿਰ ਉਹਨਾਂ ਨੇ ਪ੍ਰਸ਼ਾਦਾ, ਉਹਨਾਂ ਲੱਕੜਾਂ ਨੂੰ ਅਗਨੀ ਭੇਂਟ ਕਰਕੇ ਫਿਰ ਉਸ ਤੋਂ ਬਾਅਦ ਉਸ ਅਗਨੀ ਨਾਲ ਉਹਨਾਂ ਨੇ ਲੰਗਰ ਤਿਆਰ ਕਰਨਾ, ਚੌਂਕਾ 'ਤੇ ਸਾਫ਼ ਕਰਨਾ ਹੀ ਕਰਨਾ। ਹੋਰ ਇਸ ਤਰ੍ਹਾਂ ਦੀਆਂ ਆਪਣੇ ਕੋਲੋਂ ਮਨ ਮੱਤਾਂ ਉਹਨਾਂ ਨੇ ਵਧਾ ਲਈਆਂ ਸਨ। ਸਤਿਗੁਰੂ, ਮੈਂ ਇੱਕ ਨਾ ਸੰਤਾਂ ਦਾ ਨਾਂ ਨਹੀਂ ਲੈਣਾ, ਉਹ ਆਪਣਾ ਚਿਮਚਾ ਆਪਣੀ ਜੇਬ 'ਚ ਰੱਖਦੇ ਸਨ, ਸਿਰਫ ਇਸ ਕਰਕੇ ਵੀ ਮੈਂ ਕਿਸੇ ਦਾ ਚਿਮਚਾ ਨਹੀਂ ਵਰਤਣਾ। ਉਹ ਕਾਫੀ ਸੱਜਣ ਜਾਣਦੇ ਨੇ ਉਹਨਾਂ ਨੂੰ। ਸਾਧ ਸੰਗਤ ਜੀ, ਜਦੋਂ ਸੱਚੇ ਪਾਤਸ਼ਾਹ ਜੀ, ਸਤਿਗੁਰੂ ਜਗਜੀਤ ਸਿੰਘ ਜੀ, ਸਤਿਗੁਰੂ ਉਦੇ ਸਿੰਘ ਜੀ, ਸਾਰੇ ਗੁਰੂ ਸਾਹਿਬਾਨ ਹੁਕਮ ਕਰਦੇ ਨੇ ਕਿ ਤੁਸੀਂ ਉਹਨੂੰ ਜਦੋਂ ਮਾਂਜ ਲਿਆ, ਉਹ ਪਵਿੱਤਰ ਹੋ ਗਿਆ। ਜੇ ਅਸੀਂ ਇਸ ਪਾਸੇ ਨੂੰ ਆਪਣੀ ਮਨਮਰਜ਼ੀ ਕਰਨ ਲੱਗ ਜਾਈਏ, ਫਿਰ ਤਾਂ ਅਸੀਂ ਸਾਹ ਵੀ ਨਹੀਂ ਲੈ ਸਕਦੇ। 2 ਬੰਦੇ ਕੋਲ ਖੜ੍ਹੇ ਨੇ, ਇੱਕ ਖੁੱਲ੍ਹਾ ਆ, ਇੱਕ ਸੋਧੀ ਏ, ਇੱਕ ਮਾਸ ਖਾਣ ਵਾਲਾ ਹੈ, ਸ਼ਰਾਬ ਪੀਣ ਵਾਲਾ ਹੈ, ਉਹਦੇ ਕੋਲ ਖਲੋ ਕੇ ਗੱਲ ਕਰਾਂਗੇ, ਉਹਦੇ ਮੂੰਹ 'ਚੋਂ ਜਿਹੜੀ ਹਵਾ ਬਾਹਰ ਨਿਕਲਣੀ, ਉਹੀ ਮੈਂ ਆਪਣੇ ਮੂੰਹ 'ਚ ਪਾ ਲੈਣੀ ਹੈ। ਮੇਰਾ ਧਰਮ ਕਿੱਥੇ ਰਹਿ ਗਿਆ ਫਿਰ? ਜਦੋਂ ਅਸੀਂ ਆਪਣੀ ਮਰਜ਼ੀ ਦੇ ਨਾਲ ਇੱਦਾਂ ਚੱਲਣ ਨੂੰ ਕੋਸ਼ਿਸ਼ ਕਰਾਂਗੇ, ਅਸੀਂ ਕਿਤੇ ਨਾ ਕਿਤੇ ਜਾ ਕੇ ਫਸ ਜਾਵਾਂਗੇ। ਉਹ ਜਿਹੜੇ ਸਿੱਖ ਸਨ, ਉਹ ਲੰਗਰ 'ਚੋਂ ਪ੍ਰਸ਼ਾਦਾ ਨਹੀਂ ਸਨ ਛਕਦੇ। ਸੱਦਾ ਸਿੰਘ ਲੰਗਰੀ ਸੀ, ਉਹਨੇ ਸੱਦਾ ਸਿੰਘ ਨੇ ਆਖਿਆ, ਉਹਨੇ ਲੀਕ ਕੱਢ ਦਿੱਤੀ ਕਿ ਜਿਹਨੇ ਲੰਗਰ 'ਚੋਂ ਪ੍ਰਸ਼ਾਦਾ ਛਕਣਾ ਉਹ ਇੱਧਰ ਆ ਜਾਓ, ਜਿਹਨੇ ਲੰਗਰ 'ਚੋਂ ਨਹੀਂ ਛਕਣਾ ਉਹ ਲੀਕ ਦੇ ਪਰਲੇ ਬੰਨੇ ਹੋ ਜਾਓ। ਛੂਤੀਏ ਸਿੰਘ ਜਿਹੜੇ ਸਨ ਉਹ ਸਾਰੇ ਲੀਕ ਟੱਪ ਗਏ। ਸੱਦਾ ਸਿੰਘ ਨੇ ਉਹਨਾਂ ਨੂੰ ਰਸ ਦੇ ਦਿੱਤੀ ਕਿ ਤੁਸੀਂ ਆਪਣਾ ਲੰਗਰ ਵੱਖਰਾ ਪਕਾਓ ਅਤੇ ਛਕੋ।
ਹੁਣ ਜਦੋਂ ਉਹ ਸਿੱਖ ਜਿਹੜੇ ਸਨ ਆਪਣਾ ਲੰਗਰ ਪਕਾ ਕੇ ਆਪਣਾ ਲੰਗਰ ਛਕਣ ਲੱਗ ਗਏ, ਫਿਰ ਜਦੋਂ ਆਸਾ ਦੀ ਵਾਰ ਦਾ ਭੋਗ ਪਿਆ, ਹੁਣ ਪ੍ਰਸ਼ਾਦ ਵਰਤਿਆ, ਕੜਾਹ ਪ੍ਰਸ਼ਾਦ ਵਰਤਿਆ, ਅਤੇ ਉਹ ਸਾਰੇ ਸਿੱਖਾਂ ਨੂੰ ਵਰਤਾਇਆ ਗਿਆ। ਇਹ ਜਿਹੜੇ ਸਿੱਖ ਸਨ ਛੂਤੀਏ, ਇਹਨਾਂ ਨੇ ਕੜਾਹ ਪ੍ਰਸ਼ਾਦ ਲੈ ਤੇ ਲਿਆ ਪਰ ਛਕਣ ਨਾ। ਜਦੋਂ ਇਹ ਪ੍ਰਸ਼ਾਦ ਨਾ ਛਕਣ ਅਤੇ ਹਰਨਾਮ ਸਿੰਘ ਰਾਏਸਰ ਵਾਲਾ ਸੀ, ਉਹਨੇ ਆਖਿਆ ਵੀ ਜੇ ਤੁਸੀਂ ਨਹੀਂ ਛਕਣਾ ਪ੍ਰਸ਼ਾਦ ਮੈਨੂੰ ਦੇ ਦਿਓ। ਉਹਨਾਂ ਸਾਰਿਆਂ ਨੇ ਉਹਨੂੰ ਪ੍ਰਸ਼ਾਦ ਦੇ ਦਿੱਤਾ। ਹਰਨਾਮ ਸਿੰਘ ਨੇ ਛਕ ਲਿਆ। ਜਦੋਂ ਇਸ ਤਰ੍ਹਾਂ ਦੀ ਕਾਰਜ ਕੀਤੀ ਇਹਨਾਂ ਨੇ, ਸਤਿਗੁਰੂ ਹਰੀ ਸਿੰਘ ਜੀ ਇਹਨਾਂ ਨੂੰ ਕੋਈ ਇੱਥੇ ਬਚਨ ਤੇ ਨਾ ਕੀਤਾ। ਉਸ ਤੋਂ ਬਾਅਦ ਅਤਰ ਸਿੰਘ ਲੋਹਗੜ੍ਹ ਦਾ ਸੀ, ਉਹਨੇ ਜਦੋਂ ਇਹਨਾਂ ਨੇ ਇਸ ਤਰ੍ਹਾਂ ਕੀਤਾ ਤਾਂ ਸਤਿਗੁਰੂ ਹਰੀ ਸਿੰਘ ਜੀ ਇੱਕ ਸਰਾਪ ਦਿੱਤਾ, ਸੱਚ ਭਾਵ ਕੀਤਾ ਵੀ ਜਾਓ ਜਾ ਕੇ ਜੇ ਤੁਸੀਂ ਭਾਂਡਿਆਂ ਵਿੱਚ ਨਹੀਂ ਛਕਣਾ, ਤੁਹਾਨੂੰ ਪਿਆਲਾਂ ਵਿੱਚ ਛਕਣਾ ਪਵੇਗਾ। ਪਿਆਲੇ ਉਹਨਾਂ ਨੂੰ ਆਖਿਆ ਜਾਂਦਾ ਜਿਹੜੇ ਜੇਲ੍ਹ ਦੇ ਭਾਂਡੇ ਹੁੰਦੇ ਨੇ। ਜਦੋਂ ਸਤਿਗੁਰੂ ਹਰੀ ਸਿੰਘ ਜੀ ਇਸ ਤਰ੍ਹਾਂ ਬਚਨ ਕੀਤਾ ਵੀ ਤੁਹਾਨੂੰ ਸਤਿਗੁਰੂ ਰਾਮ ਸਿੰਘ ਦੀ ਲੋਹ ਦਾ ਲੰਗਰ ਦਾ ਪੱਕਿਆ ਹੋਇਆ ਪ੍ਰਸ਼ਾਦਾ ਅਤੇ ਭੋਗ ਲੱਗਾ ਹੋਇਆ ਕੜਾਹ ਪ੍ਰਸ਼ਾਦ ਨਹੀਂ ਪ੍ਰਵਾਨ, ਤੁਸੀਂ ਆਪਣੇ ਆਪ ਨੂੰ ਇੱਦੋਂ ਵੀ ਉੱਤੇ ਸਮਝਦੇ ਹੋ, ਅਤੇ ਜਾਓ ਜਾ ਕੇ ਤੁਹਾਨੂੰ ਪਿਆਲਿਆਂ ਵਿੱਚ ਛਕਣਾ ਮਿਲੇਗਾ। ਜਦੋਂ ਇਸ ਤਰ੍ਹਾਂ ਦਾ ਬਚਨ ਹੋ ਗਿਆ, ਸਰਾਪ ਹੋ ਗਿਆ, ਉਸ ਤੋਂ ਬਾਅਦ ਅਤਰ ਸਿੰਘ ਨੇ ਲੋਹਗੜ੍ਹ ਦੇ ਨੇ ਅਰਜੀ ਪਾਈ ਕਿ ਮੈਂ ਆਪਣੇ ਘਰੇ ਪਾਠ ਕਰਾਉਣਾ, ਕਿਉਂਕਿ ਉਸ ਸਮੇਂ ਪਾਠ ਕਰਨ 'ਤੇ ਪਾਬੰਦੀ ਲੱਗ ਗਈ ਸੀ। ਪਾਠ ਕਰਨ 'ਤੇ ਸਿਰਫ 5 ਸਿੱਖਾਂ ਨੂੰ, ਫਿਰ ਹੌਲੀ ਹੌਲੀ 12 ਸਿੱਖਾਂ ਦੀ ਮਨਜ਼ੂਰੀ ਮਿਲਣ ਲੱਗੀ। ਪਰ ਅਤਰ ਸਿੰਘ ਨੇ ਜਦੋਂ ਚਿੱਠੀ ਪਾਈ, ਪਹਿਲਾਂ 5 ਦੀ ਉਹਨੂੰ ਮਨਜ਼ੂਰੀ ਮਿਲੀ। 5 ਦੀ ਉਹਨੂੰ ਮਨਜ਼ੂਰੀ ਮਿਲੀ, ਅਤੇ ਉੱਥੇ ਇੱਕ ਪੁਲਿਸ ਵਾਲਾ ਆ ਕੇ ਖਲੋ ਗਿਆ ਕਿ 5 ਤੋਂ ਵੱਧ ਸਿੱਖ ਨਾ ਖੜ੍ਹੇ ਹੋਣ, ਅਤੇ ਜਿੰਨਾ ਚਿਰ ਪਾਠ ਦਾ ਭੋਗ ਪੈਂਦਾ ਪੁਲਿਸ ਵਾਲਾ ਕੋਲ ਰਹੇਗਾ। ਇਸ ਤਰ੍ਹਾਂ ਪੁਲਿਸ ਦੀ ਨਿਗਰਾਨੀ ਵਿੱਚ ਸਿੱਖ ਪਾਠ ਕਰਦੇ ਸਨ, ਪਾਠਾਂ ਦੇ ਭੋਗ ਪਾਉਂਦੇ ਸਨ। ਉਹ ਜਿਹੜੇ ਛੂਤੀਏ ਸਿੰਘ ਸਨ, ਉਹਨਾਂ ਨੂੰ ਪਤਾ ਲੱਗਾ ਕਿ ਅਤਰ ਸਿੰਘ ਪਾਠ ਕਰਾ ਰਿਹਾ, ਉਹ ਅਤਰ ਸਿੰਘ ਦੇ ਘਰੇ ਚਲੇ ਗਏ ਸਾਰੇ ਜਣੇ। ਉਹ ਘਰੇ ਜਾ ਕੇ ਉੱਥੇ ਵੀ ਉਹਨਾਂ ਨੇ ਆਪਣੀ ਵੱਖਰੀ ਰਸਤ ਲੈ ਕੇ ਪ੍ਰਸ਼ਾਦ ਪਾਣੀ ਸ਼ੁਰੂ ਕਰ ਲਿਆ। ਉਹਨਾਂ ਵਿੱਚ ਹਰਨਾਮ ਸਿੰਘ ਜਿਹੜਾ ਸੀ ਛੂਤੀਆ, ਉਹਨੇ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਕਿ ਕੋਈ ਮਰਦ ਬੱਚਾ ਜੰਮੇਗਾ, ਪੱਛਮ ਵਿੱਚੋਂ ਆਏਗਾ, ਉਹ ਆਣ ਕੇ ਮਲੇਸ਼ ਖਾਲਸੇ ਦਾ ਨਾਸ ਕਰੇਗਾ। ਜਦੋਂ ਉਹਨੇ ਇਸ ਤਰ੍ਹਾਂ ਦੀ ਗੱਲ ਆਖੀ ਤੇ ਕੋਲ ਮਾਨ ਸਿੰਘ ਥਾਣੇਦਾਰ ਖੜਾ ਸੀ। ਮਾਨ ਸਿੰਘ ਨੇ ਪੁੱਛਿਆ ਕਿ ਮਲੇਸ਼ ਖਾਲਸਾ ਕੌਣ ਆ, ਤੇ ਉਹ ਖਾਲਸੇ ਦੀ ਕਿਸ ਤਰ੍ਹਾਂ ਨਾਸ ਕਰੇਗਾ, ਕੌਣ ਆ, ਉਹਨੇ ਸਵਾਲ ਕਰ ਦਿੱਤਾ। ਉਹ ਕਹਿੰਦਾ ਕਿ ਜਿਹੜਾ ਸੰਤ ਖਾਲਸੇ ਨੂੰ ਦੁੱਖ ਦਿੰਦਾ ਉਹ ਮਲੇਸ਼ ਖਾਲਸਾ ਹੈ। ਅਤੇ ਹਰਨਾਮ ਸਿੰਘ ਕਹਿੰਦਾ ਇਹਦਾ ਮਤਲਬ ਫਿਰ ਤੇਰੇ ਮਨ 'ਚ ਇਹ ਆ ਕਿ ਅਸੀਂ ਤੁਹਾਨੂੰ ਦੁੱਖ ਦਿੰਦੇ ਹਾਂ, ਅਸੀਂ ਮਲੇਸ਼ ਖਾਲਸਾ, ਤੁਸੀਂ ਸੰਤ ਖਾਲਸਾ, ਅਤੇ ਤੂੰ ਸਾਨੂੰ ਮਾਰਨ ਵਾਸਤੇ ਇਹ ਉੱਚੀ ਉੱਚੀ ਬੋਲੇ ਕਰਦਾ ਪਿਆ, ਕੋਈ ਬੰਦਾ ਆਏਗਾ ਤੁਹਾਨੂੰ ਆਣ ਕੇ ਮਾਰੇਗਾ। ਉਹਨੇ 100 ਸਾਖੀ ਦਾ ਪ੍ਰਮਾਣ ਦਿੱਤਾ। ਉਹਨੇ ਜਾ ਕੇ ਬਾਰਬਟਨ ਨੂੰ ਦੱਸਿਆ। ਬਾਰਬਟਨ ਸੁਪਰਡੈਂਟ ਸੀ ਲੁਧਿਆਣੇ ਦਾ, ਉਹਦਾ ਨਾਮ ਬਾਰਬਟਨ ਸੀ, ਸ਼ਾਰਟ ਫਾਰਮ 'ਚ ਕਿਤੇ ਬਟਨ ਵੀ ਲਿਖਿਆ ਹੁੰਦਾ ਹੈ। ਉਸ ਬਾਰਬਟਨ ਨੂੰ ਦੱਸਿਆ। ਬਾਰਬਟਨ ਜਾ ਕੇ ਆਪਣੀ ਫੌਜ ਲੈ ਕੇ, ਨਾਲ ਸਿਪਾਹੀ ਲੈ ਕੇ ਉਹ ਵੀ ਉੱਥੇ ਪਹੁੰਚਿਆ। ਉਹਨੇ ਜਿੰਨੇ ਵੀ ਸਿੱਖ ਸਨ ਇੱਥੇ, ਉਹ ਸਾਰੇ ਹੀ ਫੜ ਲਏ। ਫੜ ਕੇ ਅਤੇ ਉਹ ਲੁਧਿਆਣੇ ਵਿੱਚ ਲੈ ਗਿਆ, ਜਿਨ੍ਹਾਂ ਵਿੱਚੋਂ ਸੱਦਾ ਸਿੰਘ ਅਤੇ ਉਹਦੇ ਨਾਲ 5 ਹੋਰ ਸਰੀਰ ਸਨ। ਉਹਨਾਂ ਨੇ ਪਟਿਆਲੇ ਭੇਜ ਕੇ 3-3 ਮਹੀਨੇ ਦੀ ਕੈਦ ਦੀ ਸਜ਼ਾ ਕੀਤੀ। ਸਤਿਗੁਰੂ ਜਗਜੀਤ ਸਿੰਘ ਦੇ ਉਪਦੇਸ਼ ਵਿੱਚ ਵੀ ਆਉਂਦਾ ਵੀ ਮੈਂ ਕੋਸ਼ਿਸ਼ ਕਰ ਰਿਹਾ ਕਿ ਮੈਨੂੰ ਉਹ ਗ੍ਰੰਥ ਸਾਹਿਬ ਮਿਲ ਜਾਣ ਜਿਨ੍ਹਾਂ ਨੂੰ ਪੜ੍ਹਨ ਨਾਲ, ਪਾਠ ਕਰਨ ਨਾਲ ਜਿਨ੍ਹਾਂ ਤੋਂ ਸਿੱਖਾਂ ਨੂੰ ਸਜ਼ਾਵਾਂ ਹੋਈਆਂ। ਸਾਧ ਸੰਗਤ ਜੀ, ਅੱਜ ਬੜਾ ਸੌਖਾ ਸਮਾਂ ਆ, ਅਸੀਂ ਬੜੀ ਨਿਰਭੈਤਾ ਦੇ ਨਾਲ ਪਾਠ ਕਰਦੇ ਹਾਂ, ਸਾਨੂੰ ਕੋਈ ਫਿਕਰ ਨਹੀਂ। ਇਹ ਸਤਿਗੁਰ ਦੀ ਬਖਸ਼ਿਸ਼ ਆ। ਧੰਨ ਨੇ ਉਹ ਸਿੱਖ, ਗੁਰਬਾਣੀ ਪੜ੍ਹਨ ਨੂੰ ਤਾਂ ਵੈਸੇ ਹੀ ਮਨ ਨਹੀਂ ਕਰਦਾ, ਕਾਰ ਵਿਹਾਰ 'ਚ ਹੋਰ ਪਾਸੇ ਮਨ ਭੱਜਿਆ ਫਿਰਦਾ, ਅਤੇ ਜੇ ਪਾਠ ਪੜ੍ਹਨ ਨਾਲ ਸਜ਼ਾਵਾਂ ਮਿਲਣ ਲੱਗ ਜਾਣ, ਫਿਰ ਵੀ ਜਿਹੜੇ ਸਿੱਖ ਪਾਠ ਕਰਦੇ ਨੇ ਉਹ ਅਸਲੀ ਸਿੱਖ ਨੇ, ਉਹ ਧੰਨ ਨੇ ਸਿੱਖ। ਅਤਰ ਸਿੰਘ ਜਿਹਨੇ ਇਹ ਲੋਹਗੜ੍ਹ ਵਾਲੇ ਨੇ ਇਹ ਪਾਠਾਂ ਦਾ ਭੋਗ ਪਵਾਇਆ ਸੀ, ਉਹਨੂੰ 300 ਰੁਪਏ ਜੁਰਮਾਨਾ ਅਤੇ 2 ਸਾਲ ਦੀ ਕੈਦ ਹੋਈ, ਅਤੇ ਉਹ ਕੈਦ ਦੇ ਵਿੱਚ ਚੜ੍ਹਾਈ ਕਰ ਗਿਆ ਸੀ। ਘਰੇ ਵੀ ਨਹੀਂ ਆਉਣਾ ਮਿਲਿਆ। ਪਾਠ ਕਰਨ ਦਾ ਕੀ ਫਲ ਮਿਲਿਆ ਜੇ ਅਸੀਂ ਦੁਨਿਆਵੀ ਤੌਰ 'ਤੇ ਗੱਲਾਂ ਕਰੀਏ। ਪਰ ਉਹ ਸਿੱਖ ਇਸ ਦੁਨਿਆਵੀ ਲੈਵਲ ਤੋਂ ਉੱਚੇ ਹੋ ਚੁੱਕੇ ਸਨ। ਹਰਨਾਮ ਸਿੰਘ ਨੂੰ, ਜਿਹੜਾ ਛੂਤੀਆ ਸੀ ਹਰਨਾਮ ਸਿੰਘ, ਜਿਹਨੇ ਇਹ ਪੜ੍ਹਿਆ ਸੀਗਾ ਵੀ 100 ਸਾਖੀ ਦਾ, ਉਹਨੇ ਹਵਾਲਾ ਦੇ ਕੇ ਇਹ ਗੱਲ ਆਖੀ ਸੀ ਕੋਈ ਮਰਦ ਜੰਮੇਗਾ ਪੱਛਮ ਵੱਲੋਂ, ਉਹ ਆਣ ਕੇ ਇਹਨਾਂ ਨੂੰ ਮਲੇਸ਼ ਖਾਲਸੇ ਨੂੰ ਮਾਰੇਗਾ,
ਉਹਨੂੰ 100 ਰੁਪਏ ਜੁਰਮਾਨਾ, 1 ਸਾਲ ਦੀ ਕੈਦ। ਬਾਕੀ ਜਿੰਨੇ ਵੀ ਸਿੱਖ ਸਨ ਸਾਰਿਆਂ ਨੂੰ ਫੜ ਕੇ 1-1 ਸਾਲ ਦੀ ਕੈਦ ਕੀਤੀ ਗਈ। ਇਹ ਸਾਧ ਸੰਗਤ ਜੀ ਆਖ ਲੈਣਾ ਸੌਖਾ ਆ ਕਿ ਪਾਠ ਪੜ੍ਹਦੇ ਪਏ ਹਾਂ, ਸੱਚ ਪਾਤਸ਼ਾਹ ਜੀ ਪ੍ਰਦੇਸ਼ ਚਲੇ ਗਏ ਨੇ, ਉੱਤੋਂ ਸਾਨੂੰ ਇਸ ਤਰ੍ਹਾਂ ਦੀਆਂ ਸਜ਼ਾਵਾਂ ਮਿਲ ਰਹੀਆਂ ਨੇ ਸਿੱਖਾਂ ਨੂੰ। ਜਿਹੜਾ ਸੱਚ ਪਾਤਸ਼ਾਹ ਜੀ ਸਤਿਗੁਰੂ ਹਰੀ ਸਿੰਘ ਜੀ ਬਚਨ ਕੀਤਾ ਸੀ ਨਾ ਛੂਤੀਆ ਸਿੱਖਾਂ ਨੂੰ ਕਿ ਤੁਹਾਨੂੰ ਪਿਆਲਿਆਂ ਵਿੱਚ ਪਾ ਕੇ ਮਿਲੇਗਾ, ਉਹ ਹੁਣ ਉਹਨਾਂ ਨੂੰ ਕੈਦ ਹੋਈ ਅਤੇ ਪਿਆਲਿਆਂ ਵਿੱਚ ਗੋਰਿਆਂ ਦੇ ਕੋਲੋਂ ਉੱਥੋਂ ਪਤਾ ਨਹੀਂ ਕਿਹੜਾ ਬੰਦਾ ਜੇਲ੍ਹ ਵਿੱਚ ਲੰਗਰ ਤਿਆਰ ਕਰਦਿਆ, ਸਿੱਖਾਂ ਦਾ ਨਹੀਂ ਪ੍ਰਵਾਨ ਕੀਤਾ, ਉਹ ਜਾ ਕੇ ਛਕਣਾ ਪਿਆ। ਕਛਹਿਰੇ ਲਾ ਦਿੱਤੇ ਉਹਨਾਂ ਨੇ, ਚੱਕੀਆਂ ਪੀਸਣੀਆਂ ਪਈਆਂ, ਬੇੜੀਆਂ ਪਈਆਂ ਹੱਥਾਂ ਵਿੱਚ, ਟੋਪੀਆਂ ਪਾਈਆਂ ਸਿਰਾਂ ਦੇ ਉੱਤੇ। ਇਸ ਤਰ੍ਹਾਂ ਸਤਿਗੁਰੂ ਹਰੀ ਸਿੰਘ ਦਾ ਉਹ ਵਾਕ ਪੂਰਾ ਹੋਇਆ। ਇਹ ਜਦੋਂ ਆਪਾਂ ਆਪਣੀ ਮਨਮਤ ਕਰਦੇ ਹਾਂ, ਅਸੀਂ ਆਪਣੇ ਕੋਲੋਂ ਜਾ ਕੇ ਆਪਣੇ ਆਪ ਨੂੰ ਜ਼ਿਆਦਾ ਸਿਆਣਾ ਸਮਝਦੇ ਹਾਂ, ਉਦੋਂ ਇਸੇ ਤਰ੍ਹਾਂ ਹੀ ਹੁੰਦਾ ਹੈ। ਸੱਚ ਪਾਤਸ਼ਾਹ ਜੀ ਕਿਰਪਾ ਕਰਨ, ਜਿੰਨਾ ਹੁਕਮ ਹੋਇਆ ਸਿਰਫ ਉਹਨੂੰ ਓਨੇ ਵਿੱਚ ਮੰਨਿਆ ਜਾਵੇ। ਡਾਕਟਰ ਨੂੰ ਪਤਾ ਹੈ ਕਿੰਨੀ ਦਵਾਈ ਖਾਣੀ ਹੈ, ਵੱਧ ਖਾਵਾਂਗੇ ਤਾਂ ਸਾਨੂੰ ਨੁਕਸਾਨ ਹੋਏਗਾ। ਜਿਹੜਾ ਬਾਰਬਟਨ ਸੀਗਾ ਲੁਧਿਆਣੇ ਦਾ ਸੁਪਰਡੈਂਟ, ਉਹਨੇ ਇਹ ਗੱਲ ਕਹਿ ਦਿੱਤੀ ਕਿ ਲੋਹਗੜ੍ਹ, ਰਾਏਪੁਰ, ਗੁਜਰਾਂਵਾਲਾ ਅਤੇ ਨਾਰੰਗਵਾਲ, ਇਹਨਾਂ 4 ਪਿੰਡਾਂ ਵਿੱਚ, ਇਹ ਬਹੁਤ ਵੱਡੇ ਪਿੰਡ ਸਨ ਜਿੱਥੇ ਸਿੱਖ ਰਿਹਾ ਕਰਦੇ ਸਨ, ਇਹਨਾਂ ਦੇ ਵਿੱਚ ਕਦੀ ਵੀ ਕੋਈ ਵੀ ਸਿੱਖ ਪਾਠ ਦਾ ਭੋਗ ਨਹੀਂ ਪਾ ਸਕਦਾ। ਇਸ ਤਰ੍ਹਾਂ ਦੀ ਪਾਬੰਦੀ ਜਦੋਂ ਲੱਗ ਗਈ ਇਹਨਾਂ 4 ਨਗਰਾਂ ਵਿੱਚ, ਵੱਡੇ ਸ਼ਹਿਰਾਂ ਦੇ ਵਿੱਚ, ਫਿਰ ਸਤਿਗੁਰੂ ਹਰੀ ਸਿੰਘ ਜੀ ਕੋਲ ਸਿੱਖ ਆਇਆ। ਉਹਨੇ ਆਣ ਕੇ ਅਰਜ਼ ਕੀਤੀ, ਕਿਰਪਾ ਕਰੋ ਕਿ ਮੈਂ ਪੰਜਾਬ ਸਿੰਘ ਲੋਹਗੜ੍ਹ ਦਾ ਸੀ, ਉਹ ਵੀ ਲੋਹਗੜ੍ਹ ਤੋਂ ਸੀ, ਵੀ ਮੈਂ ਆਪਣੇ ਘਰੇ ਆਪਣੇ ਲੜਕੇ ਦਾ ਆਨੰਦ ਕਰਾਉਣਾ ਹੈ ਅਤੇ ਕਿਰਪਾ ਕਰੋ ਦਰਸ਼ਨ ਦਿਓ। ਸਤਿਗੁਰੂ ਹਰੀ ਸਿੰਘ ਜੀ ਬਚਨ ਕੀਤਾ ਵੀ ਕੋਈ ਗੱਲ ਨਹੀਂ। ਇਹਨਾਂ ਨੇ ਮਨ੍ਹਾ ਕੀਤਾ ਕਿ ਤੁਸੀਂ ਇਸ ਲੋਹਗੜ੍ਹ ਦੇ ਵਿੱਚ ਇਕੱਠੇ ਨਹੀਂ ਹੋ ਸਕਦੇ ਅਤੇ ਹੁਣ ਆਪਾਂ ਜਾਣਾ ਹੀ ਜਾਣਾ ਹੈ, ਮਨਜ਼ੂਰੀ ਮਿਲੇ ਚਾਹੇ ਨਾ ਮਿਲੇ, ਪਰ ਫਿਰ ਵੀ ਤੂੰ ਇੱਕ ਵਾਰੀ ਅਰਜੀ ਪਾ ਦੇਵੇ ਅਤੇ ਅਰਜੀ ਵਿੱਚ ਜੇ ਤੈਨੂੰ ਉਹ ਪੁੱਛਣ ਵੀ ਕਿੰਨੇ ਸਿੱਖ ਆਉਣਗੇ, ਅਤੇ ਇਹ ਨਾ ਦੱਸੀ ਕਿੰਨੇ ਸਿੱਖ ਆਉਣਗੇ, ਤੂੰ ਕਹੀਂ ਕਿ ਅਣਗਿਣਤ ਸਿੱਖ ਆਉਣਗੇ। ਸੱਚ ਪਾਤਸ਼ਾਹ ਦੀ ਐਸੀ ਰਜਾ ਬਣੀ ਕਿ ਉਹਨੂੰ ਅਣਗਿਣਤ ਸਿੱਖਾਂ ਦੇ ਵਿੱਚ ਹੀ ਮਨਜ਼ੂਰੀ ਮਿਲ ਗਈ। ਅਤੇ ਸਤਿਗੁਰੂ ਹਰੀ ਸਿੰਘ ਜੀ ਜਾ ਕੇ ਉਸ ਪੰਜਾਬ ਸਿੰਘ ਦੇ ਲੜਕੀ ਦਾ ਅਤੇ ਮੁੰਡਿਆਂ ਤੋਂ ਬਚਿੱਤਰ ਸਿੰਘ ਸੀ ਉਹਦਾ ਲੜਕਾ ਹੀਰਾ ਸਿੰਘ ਦਾ, ਉੱਥੇ ਜਾ ਕੇ ਆਨੰਦ ਪੜ੍ਹਾਇਆ। ਜਦੋਂ ਸਤਿਗੁਰੂ ਹਰੀ ਸਿੰਘ ਜੀ ਆਨੰਦ ਪੜ੍ਹਾਇਆ, ਸੰਗਤ ਦੂਰੋਂ ਨੇੜਿਓਂ ਆਈ, ਚਰਨਾਂ 'ਚ ਮੱਥਾ ਟੇਕਦੀ ਏ। ਜਿਹੜੇ ਮਨ ਦੁਬਿਧਾ ਦੇ ਵਿੱਚ ਸਨ ਸੰਗਤ ਦੇ, ਉਹ ਸੱਚ ਪਾਤਸ਼ਾਹ ਦੇ ਦਰਸ਼ਨ ਕਰਕੇ ਫਿਰ ਹਰੇ ਹੋਣ ਲੱਗ ਗਏ ਮਨ, ਕਿ ਜਦੋਂ ਸਤਿਗੁਰੂ ਰਾਮ ਸਿੰਘ ਜੀ ਪ੍ਰਦੇਸ਼ ਚਲੇ ਗਏ ਕਿ ਹੁਣ ਕੌਣ ਗੁਰੂ ਬਣੇਗਾ। ਜਿਵੇਂ ਜਿਵੇਂ ਮਨ ਦੇ ਵਿੱਚ ਲੋਕ ਆਪਣੀਆਂ ਸਿੱਖ ਜਿਹੜੇ ਨੇ ਉਹ ਮਨੋਕਾਮਨਾ ਸੋਚ ਕੇ ਆਉਂਦੇ ਨੇ, ਉਹ ਆਣ ਕੇ ਦਰਸ਼ਨ ਕਰਦੇ ਨੇ ਅਤੇ ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ। ਇੱਥੇ ਸੱਚ ਪਾਤਸ਼ਾਹ ਜੀ ਦੇ ਹਜ਼ੂਰੀ ਵਿੱਚ 2 ਸਿੰਘਣੀਆਂ ਆਈਆਂ, 2 ਬੀਬੀਆਂ ਆਈਆਂ। ਉਹਨਾਂ ਨੇ ਆਣ ਕੇ ਅਰਜ਼ ਕੀਤੀ ਸੱਚ ਪਾਤਸ਼ਾਹ ਜੀ ਨੂੰ। ਕੰਨਾਂ ਦੇ ਵਿੱਚ ਗਹਿਣਾ ਪਾਇਆ ਹੋਇਆ ਸੀ ਉਹਨਾਂ ਨੇ, ਜਿਹੜੇ ਕੰਨਾਂ ਦੇ ਵਿੱਚ ਗਹਿਣੇ ਪਾਏ ਨੇ, ਉਹ ਕਹਿੰਦੇ ਜੀ ਸਾਨੂੰ ਇਹ ਬਹੁਤ ਤੰਗ ਕਰਦੇ ਨੇ ਅਤੇ ਕਿਰਪਾ ਕਰੋ। ਉਹਨਾਂ ਨੇ ਸੱਚ ਪਾਤਸ਼ਾਹ ਦੇ ਅੱਗੇ ਮੱਥਾ ਟੇਕ ਦਿੱਤੇ। ਜਦੋਂ ਸੱਚ ਪਾਤਸ਼ਾਹ ਦੇ ਚਰਨਾਂ 'ਚ ਮੱਥਾ ਟੇਕ ਦਿੱਤੇ ਤਾਂ ਸਤਿਗੁਰੂ ਹਰੀ ਸਿੰਘ ਜੀ ਬਚਨ ਕੀਤਾ ਕਿ ਤੁਹਾਡੇ ਸਹੁਰੇ ਗੁੱਸੇ ਹੋਣਗੇ ਤੁਹਾਨੂੰ, ਇਸ ਕਰਕੇ ਤੁਸੀਂ ਲੈ ਲਵੋ, ਇਹਨਾਂ ਨੂੰ ਪਾ ਲਵੋ ਅਤੇ ਨਾ ਲਾਓ। ਉਹ ਕਹਿੰਦੇ ਨਹੀਂ ਜੀ, ਇਹਨਾਂ ਦੇ ਨਾਲ ਸਾਡਾ ਮਨ ਜਿਹੜਾ ਆ ਉਹ ਭਟਕ ਜਾਂਦਾ ਆ, ਫਿਰ ਇਹਨਾਂ ਗਹਿਣਿਆਂ ਦੇ ਵਿੱਚ ਮਨ ਪੈ ਜਾਂਦਾ ਹੈ, ਅਸੀਂ ਨਹੀਂ ਪਾਉਣੇ ਅਤੇ ਕਿਰਪਾ ਕਰੋ ਇਹਨਾਂ ਨੂੰ ਪ੍ਰਵਾਨ ਕਰੋ। ਜਦੋਂ ਉਹ ਇਸੇ ਤਰ੍ਹਾਂ ਉਹਨਾਂ ਦੇ ਸਿੱਖ ਜਿਹੜੇ ਬੀਬੀਆਂ ਨੇ ਮੱਥਾ ਟੇਕਿਆ ਸੱਚ ਪਾਤਸ਼ਾਹ ਦੇ ਚਰਨਾਂ ਵਿੱਚ, ਉਹਨਾਂ ਨੂੰ ਵੇਖ ਕੇ ਹੋਰ ਬੀਬੀਆਂ ਆ ਗਈਆਂ। ਉਹਨਾਂ ਨੇ ਵੀ ਆਣ ਕੇ ਇਸ ਤਰ੍ਹਾਂ ਸੱਚ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਉਹ ਗਹਿਣੇ ਲਾ ਕੇ ਮੱਥਾ ਟੇਕਣੇ ਸ਼ੁਰੂ ਕਰ ਦਿੱਤੇ। ਅਤੇ ਸਤਿਗੁਰੂ ਹਰੀ ਸਿੰਘ ਜੀ ਬਚਨ ਕੀਤਾ, ਇਹ ਮਾਇਆ ਜਿਹੜੀਆਂ ਮਾਈਆਂ ਨੇ, ਇਹਨਾਂ ਨੂੰ ਮਾਇਆ ਜਿਹੜੀ ਹੈ ਦੁਪਿਆਰੀ ਹੋ ਗਈ ਹੈ, ਭਾਵ ਇਹਨਾਂ ਨੂੰ ਹੁਣ ਇਹ ਮਾਇਆ ਪਿਆਰੀ ਨਹੀਂ ਲੱਗਦੀ। ਇਹੀ ਧਰਮ ਦੀ ਲੀਹ ਤੁਰੀ ਹੈ, ਹੁਣ ਧਰਮ ਦੀ ਲੀਹ ਤੁਰੇਗੀ। ਇਸ ਤਰ੍ਹਾਂ ਸੱਚ ਪਾਤਸ਼ਾਹ ਜੀ ਉਹਨਾਂ ਬੀਬੀਆਂ ਨੂੰ ਵਰਦਾਨ ਦਿੱਤਾ। ਭੈਣੀ ਸਾਹਿਬ ਸਤਿਗੁਰੂ ਜਗਜੀਤ ਸਿੰਘ ਜੀ ਗੱਡੀ ਦੇ ਵਿੱਚ ਬਿਰਾਜਮਾਨ ਨੇ, ਦਰਸ਼ਨ ਦੇ ਰਹੇ ਨੇ। ਮੇਰੇ ਮਾਮੀ ਜੀ ਅੰਮ੍ਰਿਤਸਰ ਹੁੰਦੇ ਨੇ ਅੱਜ ਕੱਲ੍ਹ, ਸਭ ਤੋਂ ਵੱਡੇ ਮਾਮੀ ਜੀ, ਉਹਨਾਂ ਨੇ ਜਾ ਕੇ ਮੱਥਾ ਟੇਕਿਆ। ਉਹਨਾਂ ਨੇ ਵੀ ਆਪਣੇ ਕੰਨ ਦੇ ਵਿੱਚ ਵਾਲੀਆਂ ਪਾਈਆਂ ਹੋਈਆਂ ਸਨ। ਜਦੋਂ ਉਹਨਾਂ ਨੇ ਮੱਥਾ ਟੇਕਿਆ ਅਤੇ ਸੱਚ ਪਾਤਸ਼ਾਹ ਜੀ ਹੁਕਮ ਕੀਤਾ ਕਿ
ਤੂੰ ਸੋਧੀ ਦੀ ਨੂੰਹ ਹੈ? ਉਹਨਾਂ ਨੇ ਦੱਸਿਆ ਜੀ ਮੈਂ ਉਹਨਾਂ ਦੀ ਨੂੰਹ ਹਾਂ। ਨਾਲ ਹੀ ਸੱਚ ਪਾਤਸ਼ਾਹ ਜੀ ਬਚਨ ਕੀਤਾ ਵੀ ਆਹ ਕੰਨਾਂ ਦੇ ਵਿੱਚ ਵਾਲੀਆਂ ਨਹੀਂ ਪਾਉਣੀਆਂ, ਇਹ ਲਾ ਦੇ। ਅਕਸਰ ਨੂੰ ਕੀ ਹੁੰਦਾ ਕਿ ਸਿੱਖ ਕਈ ਵਾਰ ਅੱਜ ਕੱਲ੍ਹ ਸਤ ਬਚਨ ਜੀ ਕਰ ਦਈਦਾ ਆਪਾਂ, ਉਹਨਾਂ ਦੇ ਮਨ ਵਿੱਚ ਐਸੀ ਸਤਿਗੁਰੂ ਹੀ ਪ੍ਰੇਰਨਾ ਕੀਤੀ ਕਿ ਉਹਨਾਂ ਨੇ ਉਸੇ ਵੇਲੇ ਹੀ ਨਾ ਸੱਚ ਪਾਤਸ਼ਾਹ ਦੇ ਕੋਲ ਖੜ੍ਹੇ ਮੈਂ ਵੀ ਕੋਲ ਹੀ ਖੜ੍ਹਾ ਸੀ, ਮੈਨੂੰ ਯਾਦ ਹੈ ਕਿ ਉਹਨਾਂ ਨੇ ਉਸੇ ਵੇਲੇ ਹੀ ਲਾ ਕੇ ਵਾਲੀਆਂ ਆਪਣੇ ਹੱਥ ਵਿੱਚ ਫੜ ਲਈਆਂ। ਸੱਚ ਪਾਤਸ਼ਾਹ ਜੀ ਇੰਨੀਆਂ ਖੁਸ਼ੀਆਂ ਦਿੱਤੀਆਂ, ਬਹੁਤ ਬਖਸ਼ਿਸ਼ ਕੀਤੀ। ਸੱਚ ਪਾਤਸ਼ਾਹ ਜੀ ਨੂੰ ਕੀਤਾ ਇਸ ਤਰ੍ਹਾਂ ਮਨ ਹੋਣਾ ਚਾਹੀਦਾ ਹੈ ਕਿ ਜਦੋਂ ਹੁਕਮ ਹੋਇਆ ਉਸੇ ਵੇਲੇ ਮਨ ਜਿਹੜਾ ਉਹ ਬਚਨ ਮੰਨ ਲੈਣਾ। ਮੇਰੇ ਇੱਕ ਧਿਆਨ 'ਚ ਹੋਰ ਬਚਨ ਆ ਗਿਆ। ਸਾਧ ਸੰਗਤ ਜੀ, ਮੈਂ ਕਈ ਬੀਬੀਆਂ ਨੂੰ ਦੇਖਦਾ ਹਾਂ, ਉਹ ਕੀ ਕਰਦੀਆਂ ਨੇ, ਉਹ ਕੀ ਮਾਲਾ ਨੂੰ ਲੈ ਕੇ ਨਾ, ਜਿਵੇਂ ਆਪਾਂ ਹੱਥਾਂ ਦੇ ਵਿੱਚ ਕੜੇ ਪਾਈਦੇ ਨੇ, ਉਹ ਮਾਲਾ ਨੂੰ ਇਸ ਤਰ੍ਹਾਂ ਕੜੇ ਵਾਂਗੂ ਇੱਥੇ ਹੱਥ 'ਤੇ ਲਪੇਟ ਲੈਂਦੀਆਂ ਨੇ, ਗਲ 'ਚ ਨਹੀਂ ਪਾਉਂਦੇ। ਮੈਨੂੰ ਯਾਦ ਆ ਇੱਕ ਦਿਨ ਭੈਣੀ ਸਾਹਿਬ ਇਸ ਤਰ੍ਹਾਂ ਇੱਕ ਦੋ ਬੀਬੀਆਂ ਨੇ ਆਪਣੇ ਹੱਥਾਂ ਨੂੰ ਨਿਤਨੇਮ ਦੇ ਭੋਗ ਤੋਂ ਬਾਅਦ ਮਾਲਾ ਨੂੰ ਐਵੇਂ ਹੱਥ 'ਤੇ ਬੰਨ੍ਹ ਲਿਆ। ਜਦੋਂ ਸੱਚ ਪਾਤਸ਼ਾਹ ਜੀ ਆਪਣੀ ਹਰਿਮੰਦਰ 'ਚੋਂ ਬਾਹਰ ਆਏ, ਆਪਣੀ ਕੋਠੀ ਵਿੱਚ ਜਾਣਾ ਸੀਗਾ, ਅਤੇ ਕੁਝ ਕੁ ਬੀਬੀਆਂ ਪਰਲੇ ਬੰਨਿਓ ਆਣ ਕੇ ਉਹ ਦਰਵਾਜ਼ੇ ਕੋਲ ਫਿਰ ਦੁਬਾਰਾ ਖਲੋ ਜਾਂਦੀਆਂ ਸਨ ਦਰਸ਼ਨ ਕਰਨ ਲਈ। ਅਤੇ ਉਹ ਇਸੇ ਤਰ੍ਹਾਂ ਹੀ ਉਸ ਇੱਕ ਬੀਬੀ ਦੇ ਹੱਥ ਵਿੱਚ ਇਸ ਤਰ੍ਹਾਂ ਮਾਲਾ ਲਪੇਟੀ ਹੋਈ ਸੀ, ਅਤੇ ਸਤਿਗੁਰੂ ਜਗਜੀਤ ਸਿੰਘ ਜੀ ਬਚਨ ਕੀਤਾ, ਇਹ ਮਾਲਾ ਕੜਾ ਬਣਾ ਕੇ ਜਾਂ ਇਸ ਤਰ੍ਹਾਂ ਬਣਾ ਕੇ ਨਹੀਂ ਪਾਉਣੀ, ਇਹ ਗਲ 'ਚ ਪਾਉਣ ਲਈ ਬਣਾਈ ਹੈ। ਇਸ ਕਰਕੇ ਕੋਸ਼ਿਸ਼ ਕਰੋ ਕਿ ਕੋਈ ਫਰਕ ਨਹੀਂ ਪੈਂਦਾ, ਮਾਲਾ ਜਿਹੜੀ ਉਹ ਗਲ 'ਚ ਪਾਈ ਜਾਵੇ, ਇਸ ਤਰ੍ਹਾਂ ਹੱਥ ਦੇ ਆਲੇ ਦੁਆਲੇ ਨਾ ਲਪੇਟੀ ਜਾਵੇ। ਸੱਚ ਪਾਤਸ਼ਾਹ ਜੀ ਕਿਰਪਾ ਕਰਨ, ਸਾਡਾ ਮਨ ਜਿਹੜਾ ਹੈ ਉਹ ਉਹਨਾਂ ਦੇ ਹੁਕਮਾਂ ਵਿੱਚ ਚੱਲਦਾ ਹੋਵੇ, ਜਿਸ ਤਰ੍ਹਾਂ ਸੱਚ ਪਾਤਸ਼ਾਹ ਦੀ ਰਜਾ ਹੋਵੇ, ਉਹਨਾਂ ਦੇ ਹੁਕਮ ਬਚਨ ਨੇ ਜਿਹੜੇ ਉਹਨਾਂ ਨੂੰ ਉਸੇ ਤਰ੍ਹਾਂ ਅਸੀਂ ਮੰਨ ਸਕੀਏ। ਸੱਚ ਪਾਤਸ਼ਾਹ ਜੀ ਉੱਥੋਂ ਆਨੰਦ ਪੜ੍ਹਾ ਕੇ ਉਹਨਾਂ ਦਾ ਵਾਪਸ ਭੈਣੀ ਸਾਹਿਬ ਆਉਂਦੇ ਨੇ। ਉਸ ਸਮੇਂ ਭੈਣੀ ਸਾਹਿਬ ਜਿਹੜਾ ਸੀਗਾ, ਪੁਲਿਸ ਦੀ ਚੌਂਕੀ ਬੈਠੀ ਹੋਈ ਹੈ, ਕਿਸੇ ਸਿੱਖਾਂ ਨੂੰ 5 ਤੋਂ ਵੱਧ ਸਿੱਖ ਅੰਦਰ ਨਹੀਂ ਆਉਣ ਦਿੱਤੇ ਜਾਂਦੇ। ਜੇ ਕੋਈ ਆਉਂਦਾ ਆ ਤਾਂ ਉਹਨੂੰ ਫੜ ਕੇ ਭੈਣੀ ਸਾਹਿਬ ਦੀ ਜੂਹ 'ਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਜੇ ਉਹਨੂੰ ਭੈਣੀ ਸਾਹਿਬ ਦੀ ਜੂਹ 'ਚੋਂ ਜਦੋਂ ਬਾਹਰ ਕੱਢਿਆ ਜਾਂਦਾ ਹੈ, ਉਹ ਦੁਬਾਰਾ ਫਿਰ ਆ ਜਾਵੇ, ਉਹਨੂੰ ਉਸੇ ਵੇਲੇ ਫੜ ਕੇ ਸਾਹਨੇਵਾਲ ਥਾਣੇ ਭੇਜਿਆ ਜਾਂਦਾ ਹੈ। ਥਾਣੇ ਵਾਲਾ ਉਹਨੂੰ ਲੁਧਿਆਣੇ ਭੇਜ ਦਿੰਦਾ ਹੈ। ਲੁਧਿਆਣੇ ਵਾਲਾ ਉਹਨੂੰ ਚਾਹੇ ਸਜ਼ਾ ਦੇ ਦੇਵੇ ਅਤੇ ਚਾਹੇ ਉਹਨੂੰ ਤਾੜਨਾ ਕਰਕੇ ਉਹਦਾ ਨਾਂ ਲਿਖ ਕੇ ਉਹਨੂੰ ਪਿੰਡ ਭੇਜ ਦੇਵੇ। ਇਸ ਤਰ੍ਹਾਂ ਦਾ ਸਿੱਖਾਂ ਦਾ ਬਹੁਤ ਜ਼ਿਆਦਾ ਮਾਹੌਲ ਸੀ। ਸਤਿਗੁਰੂ ਹਰੀ ਸਿੰਘ ਜੀ ਭੈਣੀ ਸਾਹਿਬ ਦੇ ਨਾਲ ਹੀ ਮਾਛੀਵਾੜਾ ਪਿੰਡ ਹੈ, ਮਾਛੀਵਾੜੇ ਸ਼ਹਿਰ ਉਸ ਸਮੇਂ ਤੇ ਪਿੰਡ ਹੀ ਸੀਗਾ, ਉੱਥੇ ਜਾ ਕੇ ਦਰਸ਼ਨ ਦਿੱਤੇ। ਮੇਲਾ ਲੱਗਾ ਹੋਇਆ ਸੀ, ਮੇਲੇ ਦੇ ਵਿੱਚ ਕੁਝ ਸਿੱਖ ਆਏ ਸੀ ਦਰਸ਼ਨ ਕਰਨ ਲਈ। ਸਤਿਗੁਰੂ ਹਰੀ ਸਿੰਘ ਜੀ ਦੇ ਕੋਲ ਬਿਰਾਜਮਾਨ ਨੇ, ਸੱਚ ਪਾਤਸ਼ਾਹ ਦੇ ਕੋਲ ਖੜ੍ਹੇ ਨੇ, ਸਿੱਖ ਦਰਸ਼ਨ ਕਰ ਰਹੇ ਨੇ। ਜਿਹੜਾ ਭੈਣੀ ਸਾਹਿਬ ਦਾ ਉਹ ਹੌਲਦਾਰ ਸੀਗਾ, ਉਹ ਕਾਣਾ ਸੀ। ਜਿਸ ਤਰ੍ਹਾਂ ਦਾ ਉਹਦੀ ਰੂਪ ਰੇਖਾ ਡਰਾਉਣੀ ਸੀ, ਇੱਕ ਅੱਖ ਨਹੀਂ ਸੀ ਹੈਗੀ, ਉਹਦਾ ਸੁਭਾਅ ਵੀ ਬਹੁਤ ਕੌੜਾ ਸੀ। ਉਹਨੂੰ ਪਤਾ ਲੱਗਾ ਕਿ ਗੁਰੂ ਹਰੀ ਸਿੰਘ ਜੀ ਮਾਛੀਵਾੜੇ ਤੋਂ ਬਾਹਰ ਗਏ ਨੇ, ਉਹ ਮਾਛੀਵਾੜੇ ਗਏ ਨੇ, ਭੈਣੀ ਸਾਹਿਬ ਤੋਂ ਬਾਹਰ ਗਏ ਨੇ। ਉਹ ਮਗਰ ਗਿਆ ਅਤੇ ਸੱਚ ਪਾਤਸ਼ਾਹ ਜੀ ਵੇਖ ਲਿਆ ਕਿ ਉਹ ਹੌਲਦਾਰ ਆ ਗਿਆ। ਸਤਿਗੁਰੂ ਹਰੀ ਸਿੰਘ ਜੀ ਦਵਾ ਦਵ ਜਾ ਕੇ ਸਿੱਖਾਂ ਨੂੰ ਹੁਕਮ ਕੀਤਾ ਵੀ ਤੁਸੀਂ ਇੱਥੋਂ ਇੱਧਰ ਉੱਧਰ ਪਾਸੇ ਹੋ ਜਾਵੋ। ਉਹ ਸਿੱਖ ਦਵਾ ਦਵ ਲੁੱਕ ਗਏ ਅਤੇ ਉਹ ਮੇਲੇ ਦੇ ਵਿੱਚ ਸਿੱਖ ਲੱਭੇ ਨਾ। ਹੁਣ ਜਦੋਂ ਉਹਨੂੰ ਸਿੱਖ ਨਾ ਲੱਭੇ ਅਤੇ ਉਹ ਵਾਪਸ ਸਤਿਗੁਰੂ ਹਰੀ ਸਿੰਘ ਜੀ ਅੱਖ ਬਚਾ ਕੇ ਉੱਥੋਂ ਅਤੇ ਮਾਛੀਵਾੜੇ ਤੋਂ ਭੈਣੀ ਸਾਹਿਬ ਆ ਗਏ। ਉਹ ਵੀ ਭੈਣੀ ਸਾਹਿਬ ਆਇਆ ਮਗਰ, ਉਹਨੇ ਆਣ ਕੇ ਸਤਿਗੁਰੂ ਹਰੀ ਸਿੰਘ ਜੀ ਨੂੰ ਪੁੱਛਿਆ ਕਿ ਤੁਸੀਂ ਮੇਲੇ 'ਤੇ ਗਏ ਸੀ, ਤੁਹਾਡੇ ਕੋਲ ਸਿੱਖ ਖੜ੍ਹੇ ਸੀ। ਸੱਚ ਭਾਵੇਂ ਤਾਂ ਨਹੀਂ, ਮੇਰੇ ਕੋਲ ਤਾਂ ਕੋਈ ਸਿੱਖ ਨਹੀਂ ਸੀ ਖੜ੍ਹੇ। ਉਹਨੇ ਜਾ ਕੇ ਲੁਧਿਆਣੇ ਸ਼ਿਕਾਇਤ ਲਾਈ। ਸਾਧ ਸੰਗਤ ਜੀ, ਸਿਰਫ ਇੰਨੀ ਗੱਲ ਤੋਂ ਹੀ ਸਤਿਗੁਰੂ ਹਰੀ ਸਿੰਘ ਜੀ ਨੂੰ ਲੁਧਿਆਣੇ ਸੱਦਿਆ ਗਿਆ ਕਿ ਤੁਹਾਡੇ ਕੋਲ ਸਿੱਖ ਕਿਉਂ ਖੜ੍ਹੇ ਸਨ। ਸਤਿਗੁਰੂ ਹਰੀ ਸਿੰਘ ਜੀ ਬਚਨ ਕੀਤਾ ਕਿ ਇਹ ਵੈਸੇ ਹੀ ਸਾਡੇ ਨਾਲ ਈਰਖਾ ਰੱਖਦਾ ਹੈ, ਪਰ ਮੇਰੇ ਕੋਲ ਕੋਈ ਸਿੱਖ ਨਹੀਂ ਸੀ ਖੜ੍ਹਾ। ਪ੍ਰੂਫ ਤਾਂ ਹੈ ਨਹੀਂ ਸੀ ਇਸ ਗੱਲ ਦਾ। ਉਹ ਚੁੱਪ ਕਰਕੇ ਆ ਸਤਿਗੁਰੂ ਹਰੀ ਸਿੰਘ ਜੀ, ਫਿਰ ਵਾਪਸ ਭੈਣੀ ਸਾਹਿਬ ਆ ਗਏ। ਇਹ ਕਿੱਡੀ ਕੁ ਨਿੱਕੀ ਜਿਹੀ ਗੱਲ ਹੈ ਕਿ ਸਚਪਾ ਦੇ ਕੋਲ 5 ਸਿੱਖ ਖੜ੍ਹੇ ਨੇ ਦਰਸ਼ਨ ਕਰਨ ਲਈ, ਅਤੇ ਸਿਰਫ ਉਹਦੇ ਵਾਸਤੇ ਸਤਿਗੁਰੂ ਹਰੀ ਸਿੰਘ ਜੀ ਨੂੰ ਲੁਧਿਆਣੇ ਸੱਦਿਆ ਜਾ ਰਿਹਾ। ਉਸੇ ਵੇਲੇ ਪੇਸ਼ੀ ਹੋ ਜਾਂਦੀ ਹੈ ਵੀ ਤੁਹਾਡੇ ਕੋਲ ਸਿੱਖ ਕਿਉਂ ਖੜ੍ਹ ਗਏ ਆਣ ਕੇ। ਇੱਕ ਦਿਨ ਬਿਸ਼ਨ ਸਿੰਘ ਸੀ, ਉਸਨੇ ਲੰਗਰ ਦੇ ਵਿੱਚੋਂ ਪ੍ਰਸ਼ਾਦੇ ਥੱਲੇ ਲਾਏ। ਤੁਸੀਂ ਕਈ ਸਿੱਖਾਂ ਨੇ ਤਸਵੀਰ ਵੇਖੀ ਹੋਏਗੀ ਕਿ ਭੈਣੀ ਸਾਹਿਬ ਦੇ ਲੰਗਰ ਦੇ ਵਿੱਚੋਂ ਜਦੋਂ ਸਿੱਖ ਜਿਹੜੇ ਨੇ ਉਹ ਪ੍ਰਸ਼ਾਦੇ ਲਾ ਰਹੇ ਨੇ ਟੋਕਰੇ ਦੇ ਨਾਲ ਲਮਕਾ ਕੇ, ਤੁਸੀਂ ਕਈ ਸਰੀਰਾਂ ਨੇ ਤਸਵੀਰ ਵੇਖੀ। ਇਸ ਤਰ੍ਹਾਂ ਕਿਉਂਕਿ ਸਾਹਮਣੇ ਡਿਓੜੀ 'ਚ ਅਤੇ ਬਾਹਰ ਪੁਲਿਸ ਵਾਲੇ ਬੈਠੇ ਨੇ, ਉਹ
ਆਉਣ ਨਹੀਂ ਸੀ ਦਿੰਦੇ। ਅਤੇ ਉਹ ਸਿੱਖ ਜਿਹੜੇ ਨੇ ਇਸ ਤਰ੍ਹਾਂ ਪੁਲਿਸ ਵਾਲਾ ਜਦੋਂ ਇੱਧਰ ਉੱਧਰ ਚਿਹਰਾ ਹੋਣਾ ਅਤੇ ਫਿਰ ਉਹਨਾਂ ਨੇ ਪ੍ਰਸ਼ਾਦੇ ਲਾਉਣੇ। ਜਦੋਂ ਇਸ ਤਰ੍ਹਾਂ ਉਹਨਾਂ ਨੇ ਪ੍ਰਸ਼ਾਦੇ ਲਾਏ ਅਤੇ ਪੁਲਿਸ ਵਾਲੇ ਨੇ ਵੇਖ ਲਿਆ ਕਿ ਸਿੱਖ ਦੇ ਹੱਥ ਸਿਰ 'ਤੇ ਟੋਕਰਾ ਹੈ ਅਤੇ ਪੁਲਿਸ ਵਾਲਾ ਮਗਰ ਭੱਜਿਆ। ਸਿੱਖ ਜਿਹੜਾ ਸੀ ਉਹ ਵੀ ਮਗਰ, ਉਹ ਅੱਗੇ ਲੱਗ ਕੇ ਭੱਜ ਲਿਆ। ਹੁਣ ਟੋਕਰਾ ਸਿਰ 'ਤੇ ਪ੍ਰਸ਼ਾਦਿਆਂ ਦਾ ਚੁੱਕਾ, ਕਿੰਨਾ ਕੁ ਭੱਜ ਸਕਦਾ ਸੀ। ਜਦੋਂ ਉਹਨੇ ਵੇਖਿਆ ਕਿ ਪੁਲਿਸ ਵਾਲਾ ਜ਼ਿਆਦਾ ਹੀ ਨੇੜੇ ਆ ਗਿਆ, ਮੈਨੂੰ ਫੜ ਲਏਗਾ, ਉਹਨੇ ਉਹ ਟੋਕਰਾ ਦਵਾ ਦਵ ਕਿਸੇ ਝਾੜੀਆਂ ਵਿੱਚ ਲੁਕੋ ਦਿੱਤਾ। ਟੋਕਰਾ ਝਾੜੀਆਂ 'ਚ ਲੁਕੋਤਾ ਅਤੇ ਆਪ ਫਿਰ ਭੱਜ ਲਿਆ ਅੱਗੇ ਲੱਗ ਕੇ। ਉਹ ਜਿੱਥੇ ਸਿੱਖ ਲੁਕੇ ਸਨ, ਜਿਨ੍ਹਾਂ ਲਈ ਪ੍ਰਸ਼ਾਦਾ ਲੈ ਕੇ ਚੱਲਿਆ ਸੀ, ਉਹਨੇ ਜਾ ਕੇ ਸਿੱਖਾਂ ਨੂੰ ਦੱਸਿਆ ਕਿ ਇਸ ਤਰ੍ਹਾਂ ਹਵਲਦਾਰ ਜਿਹੜਾ ਉਹ ਮਗਰ ਆ ਗਿਆ, ਤੁਸੀਂ ਖਿੰਡਰ ਜਾਓ, ਇੱਥੇ ਇਕੱਠੇ ਹੋ ਕੇ ਨਾ ਬੈਠੋ। ਕਿਉਂਕਿ 5-7 ਥਾਵਾਂ ਸਨ ਭੈਣੀ ਸਾਹਿਬ ਦੇ ਆਲੇ ਦੁਆਲੇ ਜਿੱਥੇ ਆਮ ਕਰਕੇ ਸਿੱਖ ਰੁਕਿਆ ਕਰਦੇ ਸਨ। ਉਹ ਸਿੱਖ ਜਿਹੜੇ ਸਨ ਭੁੱਖੇ ਸਨ, ਲੰਗਰ ਦੀ ਵੇਟ ਕਰ ਰਹੇ ਸਨ, ਲੰਗਰ ਆਏਗਾ ਫਿਰ ਛਕਾਂਗੇ। ਕਿਉਂਕਿ ਨਾਲ ਦੇ ਪਿੰਡਾਂ ਵਿੱਚ ਕੋਈ ਵੀ ਪਿੰਡ ਵਿੱਚ ਰਾਤ ਕੂਕਾ ਨਾਮਧਾਰੀ ਰਹਿ ਨਹੀਂ ਸੀ ਸਕਦਾ। ਉਹ ਉਹਨਾਂ ਨੂੰ ਬਾਹਰ ਜੰਗਲਾਂ ਵਿੱਚ ਹੀ ਲੁਕਣਾ ਪੈਂਦਾ ਸੀ। ਹੁਣ ਸਿੱਖ ਜਿਹੜੇ ਸੀ ਉਹ ਖਿੰਡਰ ਗਏ, ਲੁਕ ਗਏ। ਉਹ ਜਿਹੜਾ ਹਵਲਦਾਰ ਸੀ ਉਹਨੇ ਬੜੀ ਕੋਸ਼ਿਸ਼ ਕੀਤੀ, ਲੱਭ ਲੁੱਭ ਕੇ, ਨਾਲ ਪੁਲਿਸ ਵੀ ਲੈ ਗਿਆ। ਉਹ ਕਿਸੇ ਵੀ ਤਰੀਕੇ ਉਹ ਉਹਨਾਂ ਨੂੰ ਨਾ ਲੱਭ ਸਕਿਆ। ਸਿੱਖ ਜਿਹੜੇ ਸੀ ਰਾਤ ਫਿਰ ਉਸੇ ਤਰ੍ਹਾਂ ਹੀ ਬਾਹਰ ਜਾ ਕੇ ਟਿੱਬਿਆਂ 'ਚ ਸੁੱਤੇ। ਜਦੋਂ ਰਾਤ ਟਿੱਬਿਆਂ ਵਿੱਚ ਸੁੱਤੇ ਅਤੇ ਰਾਤ ਬਘਿਆੜ ਆਇਆ, ਸੁੱਤੇ ਪਏ ਸਿੱਖਾਂ ਨੂੰ ਉਹ ਦੇਖ ਕੇ ਸੁੰਘ ਕੇ ਅਤੇ ਚਲਾ ਗਿਆ। ਅਗਲੇ ਦਿਨ ਸਵੇਰੇ ਉੱਠ ਕੇ ਸਿੱਖਾਂ ਨੇ ਉਹ ਪੈੜ ਦੇਖੀ ਕਿ ਇੱਥੇ ਬਘਿਆੜ ਆਇਆ। ਤੁਸੀਂ ਸਤਿਗੁਰੂ ਜਗਜੀਤ ਸਿੰਘ ਦੇ ਉਪਦੇਸ਼ ਵਿੱਚ ਸੁਣਿਆ ਹੋਣਾ, ਸੱਚਾ ਬਚਨ ਕਰਦੇ ਨੇ, ਭੈਣੀ ਸਾਹਿਬ ਦੇ ਬਾਹਰ ਹਿਰਨਾਂ ਬਘਿਆੜਾਂ ਦੇ ਨਾਲ ਹੀ ਸਿੱਖ ਸੌਂਦੇ ਹੁੰਦੇ ਸਨ ਰਾਤ। ਸਾਧ ਸੰਗਤ ਜੀ, ਉਹ ਧੰਨ ਸਨ ਸਿੱਖ ਜਿਹੜੇ ਸਤਿਗੁਰ ਦਾ ਦਰਸ਼ਨ ਕਰਨ ਆਏ ਨੇ। ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਵੀ ਜੰਗਲ ਸੁੱਤਿਆਂ ਕੋਈ ਜਾਨਵਰ ਹੀ ਮਾਰ ਦੇਗਾ ਆਣ ਕੇ, ਚਲੋ ਇੱਕ ਬੰਦਾ ਹੀ ਪਹਿਰਾ ਦੇ ਲੇ। ਉਹ ਇਸੇ ਤਰ੍ਹਾਂ ਸੱਚ ਪਾਤਸ਼ਾਹ ਦੇ ਹੁਕਮਾਂ ਵਿੱਚ ਉਹ ਆਪਣੇ ਆਪ ਨੂੰ ਸਮਰਪਿਤ ਹੋ ਕੇ ਰਹਿੰਦੇ ਸਨ। ਸਤਿਗੁਰੂ ਹਰੀ ਸਿੰਘ ਜੀ ਭੈਣੀ ਸਾਹਿਬ ਡੇਰੇ ਦੇ ਅੰਦਰ ਵਿਚਰ ਰਹੇ ਨੇ। ਬੀਬੀ ਨੰਦਾ ਦਾ ਬਹੁਤ ਜ਼ਿਕਰ ਆਉਂਦਾ ਹੈ ਕਿ ਜਦੋਂ ਤੇ ਚਾਬੀਆਂ ਦਿੱਤੀਆਂ ਸਤਿਗੁਰੂ ਹਰੀ ਸਿੰਘ ਜੀ ਨੂੰ, ਉਦੋਂ ਹਲੇ ਠੀਕ ਸੀ ਮਨ। ਉਦੋਂ ਉਹਨੇ ਸਾਰਾ ਕੁਝ ਸਤਿਗੁਰੂ ਹਰੀ ਸਿੰਘ ਜੀ ਨੂੰ ਲਿਖ ਦਿੱਤਾ ਕਿ ਇਹਨਾਂ ਨੂੰ ਸਾਰਾ ਕੁਝ ਦੇ ਦਿੱਤਾ ਜਾਵੇ। ਬਾਅਦ ਵਿੱਚ ਉਹਦਾ ਮਨ ਜਿਹੜਾ ਸੀ, ਜਦੋਂ ਸੰਗਤ ਆਉਂਦੀ ਏ, ਦਰਸ਼ਨ ਕਰਦੀ ਏ, ਉਸੇ ਤਰ੍ਹਾਂ ਖੁਸ਼ੀਆਂ ਵਿੱਚ ਰਹਿਣ ਲੱਗ ਗਿਆ, ਸੋਭਾ ਹੋਣ ਲੱਗ ਗਈ। ਉਹਦਾ ਮਨ ਜਿਹੜਾ ਸੀ ਉਹ ਬਦਲ ਗਿਆ। ਉਹ ਸਤਿਗੁਰੂ ਹਰੀ ਸਿੰਘ ਜੀ ਨੂੰ ਮਾੜਾ ਬੋਲਣਾ ਸ਼ੁਰੂ ਕਰ ਦਿੱਤਾ ਉਹਨੇ। ਸਤਿਗੁਰੂ ਹਰੀ ਸਿੰਘ ਜੀ ਨੂੰ ਇੰਨਾ ਮਾੜਾ ਬੋਲਣਾ, ਇੱਥੋਂ ਤੱਕ ਆਖਣਾ ਕਿ ਇਹ ਗੱਦੀ ਤੇ ਮੇਰੇ ਬਾਪੂ ਦੀ ਏ, ਤੂੰ ਗੁਰੂ ਬਣ ਕੇ ਬੈਠ ਗਿਆ, ਮੈਂ ਤੇ ਗੁਰੂ ਉਹਨਾਂ ਨੂੰ ਹੀ ਮੰਨਾਂਗੀ, ਤੈਨੂੰ ਗੁਰੂ ਨਹੀਂ ਮੰਨਦੀ। ਪਰ ਸਤਿਗੁਰੂ ਹਰੀ ਸਿੰਘ ਜੀ, ਧੰਨ ਜਿਗਰਾ ਸਤਿਗੁਰੂ ਹਰੀ ਸਿੰਘ ਜੀ ਦਾ, ਅੱਗੋਂ ਕੋਈ ਬਚਨ ਹੀ ਨਾ ਕਰਨਾ, ਇੱਕਦਮ ਸ਼ਾਂਤ ਬੈਠੇ ਰਹਿਣਾ। ਇੱਕ ਦਿਨ ਕੀ ਹੋਇਆ ਕਿ ਸਤਿਗੁਰੂ ਹਰੀ ਸਿੰਘ ਜੀ ਗੁਰਦੁਆਰੇ 'ਚੋਂ ਬਾਹਰ ਨਿਕਲੇ। ਬਾਹਰ ਜਾ ਕੇ ਕਿਤੇ ਦੂਰ ਜਾ ਕੇ ਬੈਠ ਗਏ। ਸਿੱਖ ਲੱਭਣ ਕਿ ਸੱਚ ਪਾਤਸ਼ਾਹ ਜੀ ਕਿੱਥੇ ਗਏ ਨੇ, ਲੱਭਦੇ ਨਹੀਂ ਪਏ। ਸਿੱਖ ਲੱਭ ਰਹੇ ਨੇ, ਸੱਚ ਪਾਤਸ਼ਾਹ ਜੀ ਲੱਭ ਨਹੀਂ ਰਹੇ। ਪੁਲਿਸ ਵਾਲਿਆਂ ਨੂੰ, ਹੌਲਦਾਰ ਨੂੰ ਪਤਾ ਲੱਗਾ ਕਿ ਗੁਰੂ ਹਰੀ ਸਿੰਘ ਜੀ ਨਹੀਂ ਲੱਭ ਰਹੇ। ਉਹਨੇ ਸੋਚਿਆ ਕਿ ਸਾਰੀ ਜਿੰਨੇ ਵੀ 5-7 ਸਿਪਾਹੀ ਸਨ ਸਾਰੇ ਲੈ ਕੇ ਗਿਆ ਉਹ, ਕਿ ਦਵਾ ਦਵ ਜਾ ਕੇ ਲੱਭੋ। ਜੇ ਨਾ ਪਤਾ ਲੱਗਾ ਕਿ ਗੁਰੂ ਸਾਹਿਬ ਪਤਾ ਨਹੀਂ ਕਿੱਥੇ ਚਲੇ ਗਏ ਨੇ, ਇਹਨਾਂ ਨੂੰ ਤਾਂ ਅਸੀਂ ਨਜ਼ਰ ਰੱਖਣਾ ਇਹਨਾਂ ਦੇ ਉੱਤੇ। ਜੇ ਇਹ ਹੀ ਸਾਡੇ ਤੋਂ ਗਵਾਚ ਗਏ ਤਾਂ ਸਾਡੀ ਤਾਂ ਪੇਸ਼ੀ ਹੋ ਜਾਏਗੀ। ਕਿੰਨੀ ਦੇਰ ਲੱਭਦਿਆਂ ਫਿਰ ਜਾ ਕੇ ਗੁਰੂ ਹਰੀ ਸਿੰਘ ਜੀ ਇੱਕ ਜੰਗਲ ਵਿੱਚ ਬੈਠ ਕੇ ਭਜਨ ਕਰ ਰਹੇ ਸਨ। ਫਿਰ ਜਾ ਕੇ ਸਿੱਖਾਂ ਨੇ ਅਰਜ਼ ਕੀਤੀ, ਕਿਰਪਾ ਕਰੋ ਆਪ ਜੀ ਵਾਪਸ ਚੱਲੋ। ਸੱਚ ਪਾਤਸ਼ਾਹ ਜੀ ਹੁਕਮ ਕੀਤਾ ਵੀ ਕੀ ਕਰੀਏ ਵਾਪਸ ਜਾ ਕੇ, ਬੀਬੀ ਦਾ ਮਨ ਦੁਖੀ ਹੁੰਦਾ ਹੈ ਮੈਨੂੰ ਵੇਖ ਕੇ। ਫਿਰ ਸੱਚ ਪਾਤਸ਼ਾਹ ਜੀ ਵਾਪਸ ਆਏ। ਹੌਲਦਾਰ ਨੇ ਵੀ ਅਰਜ਼ ਕੀਤੀ ਵੀ ਕੋਈ ਗੱਲ ਨਹੀਂ, ਕਿਰਪਾ ਕਰੋ ਵਾਪਸ ਚੱਲੋ। 7 ਦਿਨ ਸਤਿਗੁਰੂ ਹਰੀ ਸਿੰਘ ਜੀ ਚੁਬਾਰੇ 'ਚੋਂ ਜਾ ਕੇ ਲੰਗਰ ਵਿੱਚ ਪ੍ਰਸ਼ਾਦਾ ਨਹੀਂ ਸਨ ਛਕਿਆ ਕਰਦੇ, ਸਿਰਫ ਪਾਠ ਕਰਦੇ ਰਹਿਣਾ। ਸਿਰਫ ਇਸੇ ਕਰਕੇ ਕਿ ਜਦੋਂ ਮੈਂ ਥੱਲੇ ਜਾਂਦਾ, ਉਹ ਬੀਬੀ ਨੰਦਾ ਉਸੇ ਵੇਲੇ ਸਾਹਮਣੇ ਕਮਰੇ 'ਚੋਂ ਨਿਕਲ ਕੇ ਬਾਹਰ ਆ ਜਾਂਦੀ ਸੀ, ਡਿਓੜੀ ਵਿੱਚ ਬੈਠ ਜਾਂਦੀ ਸੀ। ਉਹ ਓਨਾ ਚਿਰ ਉਹਨੇ ਮਾੜਾ ਬੋਲੀ ਜਾਣਾ ਸਤਿਗੁਰੂ ਹਰੀ ਸਿੰਘ ਨੂੰ, ਛੱਬੀਆਂ ਦੇਈ ਜਾਣੀਆਂ ਨੇ, ਜਿੰਨਾ ਚਿਰ ਪ੍ਰਸ਼ਾਦਾ ਛਕ ਕੇ ਵਾਪਸ ਚੁਬਾਰੇ ਵਿੱਚ ਨਹੀਂ ਚਲੇ ਜਾਂਦੇ। ਸਾਧ ਸੰਗਤ ਜੀ, ਆਪਾਂ ਪ੍ਰਸ਼ਾਦਾ ਛਕਦੇ ਹੋਈਏ, ਕੋਈ ਆਣ ਕੇ ਵੈਸੇ ਹੀ ਔਖੀਆਂ ਗੱਲਾਂ ਕਰਨ ਲੱਗ ਜਾਏ ਨਾ, ਅਤੇ ਵੈਸੇ ਹੀ ਮਨ ਔਖਾ ਹੋ ਜਾਂਦਾ ਵੀ ਪ੍ਰਸ਼ਾਦਾ ਤਾਂ ਛਕ ਲੈਂਦੇ, ਕੀ ਕਰਦਾ ਪਿਆ। ਧੰਨ ਸਨ ਸਤਿਗੁਰੂ ਹਰੀ ਸਿੰਘ ਜੀ, ਜਿਹੜਾ ਇਸ ਤਰ੍ਹਾਂ ਦਾ ਸਮਾਂ ਉਹਨਾਂ ਨੇ ਬਤੀਤ ਉਹਨਾਂ ਦੇ ਉੱਤੇ ਆਇਆ। ਅਤੇ ਨਾਲ ਬਚਨ ਕਰਨਾ ਕਿ ਕੀ ਕਰੀਏ, ਅੰਦਰ ਕੁੜੀ ਨਹੀਂ ਟਿਕਣ ਦਿੰਦੀ, ਬਾਹਰ ਪਹਿਰੇ 'ਤੇ ਫੌਜੀ ਸਿਪਾਹੀ ਬਿਠਾਏ ਨੇ, ਉਹ ਨਹੀਂ ਟਿਕਣ ਦਿੰਦੇ, ਕਿੱਥੇ ਜਾਈਏ ਅਸੀਂ। ਕਈ ਵਾਰ ਇਸ ਤਰ੍ਹਾਂ ਮਨ ਜਿਹੜਾ ਸੀ ਉਹ ਵਿਰਾਗ ਵਿੱਚ ਆ ਜਾਣਾ, ਮਨ ਜਿਹੜਾ ਸੀ ਪਰੇਸ਼ਾਨ ਹੋ ਜਾਣਾ ਇੰਨਾ।
35 ਸਾਲ ਸਤਿਗੁਰੂ ਹਰੀ ਸਿੰਘ ਜੀ ਇਸੇ ਤਰ੍ਹਾਂ ਦੀਆਂ ਕਠਿਨਾਈਆਂ ਦੇ ਸਮਾਂ ਹੀ ਉਹਨਾਂ ਨੇ ਬਤੀਤ ਕੀਤਾ। ਹਜ਼ਾਰਾ ਸਿੰਘ ਲਾਂਗਰੀ ਦਾ ਪ੍ਰਸੰਗ ਆਉਂਦਾ ਹੈ। ਹਜ਼ਾਰਾ ਸਿੰਘ ਲਾਂਗਰੀ ਲੰਗਰ ਵਿੱਚ ਰਿਹਾ ਕਰਦਾ ਸੀ, ਪਰ ਜਿਹੜੇ ਸਿੱਖਾਂ ਨੂੰ ਮਨਜ਼ੂਰੀ ਮਿਲੀ ਸੀ ਇਹ ਉਹਨਾਂ ਵਿੱਚ ਨਹੀਂ ਸੀ, ਉਹਨਾਂ ਤੋਂ ਵੱਖਰਾ ਸੀ। ਇੱਕ ਨਗੀਨਾ ਸਿੰਘ ਸੀਗਾ ਪੋਖੋਵਾਲ ਦਾ, ਉਹ ਵੀ ਅੰਦਰ ਰਹਿੰਦਾ ਸੀ ਸਿੱਖਾਂ ਦੇ ਨਾਲ। ਜਦੋਂ ਬਾਰਬਟਨ ਜਿਹੜਾ ਸੁਪਰਡੈਂਟ ਸੀਗਾ, ਜਦੋਂ ਇਹ ਰਿਟਾਇਰ ਹੋ ਗਿਆ ਆਪਣੀ ਫੌਜ ਵਿੱਚੋਂ, ਜਸ ਜੀਵਨ ਵਿੱਚ ਲਿਖਿਆ ਆ, ਸਤਿਗੁਰੂ ਪ੍ਰਤਾਪ ਸਿੰਘ ਜੀ ਉਹਨੂੰ ਮਿਲੇ। ਜਦੋਂ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਮਿਲੇ ਤੇ ਉਹਨੇ ਫਿਰ ਦੱਸਿਆ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਕਿ ਤੁਹਾਡੇ ਭੈਣੀ ਸਾਹਿਬ 2 ਬੰਦੇ, ਇੱਕ ਸਿੰਘ ਤੇ ਇੱਕ ਸਿੰਘਣੀ, 2 ਜਾਣੇ ਸਨ। ਇੱਕ ਨੂੰ ਅਸੀਂ ਮਹੀਨੇ ਦੇ 14 ਰੁਪਈਏ, ਦੂਸਰੇ ਨੂੰ 15 ਰੁਪਈਏ, ਸ਼ਾਇਦ ਇਸ ਤਰ੍ਹਾਂ ਦਾ ਕੋਈ ਜ਼ਿਕਰ ਹੈ ਉਹਨਾਂ ਦਾ, ਕਿ ਅਸੀਂ ਉਹਨਾਂ ਨੂੰ ਮਹੀਨੇ ਦੇ ਇੰਨੇ ਪੈਸੇ ਦਿੰਦੇ ਸਨ। ਉਹ ਸਾਨੂੰ ਅੰਦਰੋਂ ਤੁਸੀਂ ਪਾਠ ਕਰਦੇ ਹੋ, ਅੰਦਰ ਕੀ ਕਰਦੇ ਨੇ, ਕਿੰਨੇ ਸਿੰਘ ਰਹਿੰਦੇ ਨੇ, ਉਹ ਸਾਰੀ ਸਾਨੂੰ ਅੰਦਰੋਂ ਰਿਪੋਰਟ ਬਾਹਰ ਦਿੰਦੇ ਹੁੰਦੇ ਸਨ। ਇੱਕ ਵਾਰੀ ਨਹੀਂ, 2 ਬੜੇ ਵੱਖਰੇ ਟਾਈਮ 'ਤੇ ਵੱਖਰੇ ਸਰੀਰ ਰਹਿੰਦੇ ਰਹੇ ਇਸ ਤਰ੍ਹਾਂ। ਇਹ ਜਿਹੜਾ ਨਗੀਨਾ ਸਿੰਘ ਸੀ ਪੋਖੋਵਾਲ ਦਾ, ਇਹ ਵੀ ਅੰਦਰ ਰਹਿ ਰਿਹਾ ਸੀ। ਅਤੇ ਹਜ਼ਾਰਾ ਸਿੰਘ ਜਿਹੜਾ ਸੀਗਾ ਉਹ ਅੰਦਰ ਇਸ਼ਨਾਨ ਕਰਵਾ ਰਿਹਾ ਸੀ। ਅਤੇ ਉਹਨੇ ਜਾ ਕੇ ਬਾਹਰ ਹੌਲਦਾਰ ਨੂੰ ਦੱਸਿਆ ਕਿ ਹਜ਼ਾਰਾ ਸਿੰਘ ਜਿਹੜਾ ਆ ਉਹ ਅੰਦਰ ਇਸ਼ਨਾਨ ਕਰਵਾ ਰਿਹਾ ਸਤਿਗੁਰੂ ਹਰੀ ਸਿੰਘ ਜੀ ਦਾ। ਜਦੋਂ ਉਹਨੇ ਇਹ ਗੱਲ ਦੱਸੀ ਤੇ ਹੌਲਦਾਰ ਜਿਹੜਾ ਸੀ ਉਹ ਦਵਾ ਦਾ ਭੱਜ ਕੇ ਅੰਦਰ ਆਇਆ। ਹਜ਼ਾਰਾ ਸਿੰਘ ਨੂੰ ਪਤਾ ਲੱਗ ਗਿਆ ਕਿ ਹੌਲਦਾਰ ਮੈਨੂੰ ਫੜਨ ਵਾਸਤੇ ਆ ਰਿਹਾ। ਉਹਨੇ ਦਵਾ ਦਵ ਛਾਲ ਮਾਰੀ, ਕੰਧ ਤੋਂ ਪਰਲੇ ਬੰਨੇ ਹੋ ਗਿਆ, ਛਾਲ ਮਾਰ ਕੇ ਬਾਹਰ ਚਲਾ ਗਿਆ। ਉਹ ਹੌਲਦਾਰ ਨੇ ਬਾਹਰ ਗੇਟ 'ਤੇ ਪਹਿਰਾ ਲਾਇਆ ਵੀ ਭੱਜ ਨਾ ਜਾਵੇ। ਜਦੋਂ ਦੂਸਰੇ ਪਾਸੇ ਦੀ ਸਿਪਾਹੀ ਗਏ, ਉਹ ਭੱਜ ਕੇ ਫਿਰ ਅੰਦਰ ਆ ਗਿਆ। ਉਹ ਉਦੋਂ ਫੜਿਆ ਨਾ ਗਿਆ। ਸਾਧ ਸੰਗਤ ਜੀ, ਫਿਰ ਸਿੱਖਾਂ ਨੂੰ ਪਤਾ ਲੱਗਾ ਵੀ ਆਹ ਨਗੀਨਾ ਸਿੰਘ ਜਿਹੜਾ ਸੀ ਪੋਖੋਵਾਲ ਵਾਲਾ, ਇਹਨੇ ਦੱਸਿਆ। ਫਿਰ ਉਹਨੂੰ ਸਿੱਖਾਂ ਨੇ ਬਹੁਤ ਕੁੱਟਿਆ ਅਤੇ ਕੁੱਟ ਕੇ ਉਹਨੂੰ ਭੈਣੀ ਸਾਹਿਬੋਂ ਭਜਾਇਆ। ਇੱਕ ਵਾਰੀ ਇਹਨੂੰ ਭਜਾ ਦਿੱਤਾ, ਪਰ ਉਦੋਂ ਬਾਅਦ ਫਿਰ ਕਈ ਹੋਰ ਰਹਿੰਦੇ ਸਨ ਇਸ ਤਰ੍ਹਾਂ ਅੰਦਰ। ਹਜ਼ਾਰਾ ਸਿੰਘ ਇੱਕ ਵਾਰੀ ਭੱਜ ਗਿਆ, ਇੱਕ ਵਾਰੀ ਫਿਰ ਅੰਦਰੋਂ ਨਿਕਲਿਆ। ਹਜ਼ਾਰਾ ਸਿੰਘ ਅੰਦਰੋਂ ਨਿਕਲਿਆ, ਉਹਨੂੰ ਫੜ ਲਿਆ ਗਿਆ। ਫੜ ਕੇ ਹਜ਼ਾਰਾ ਸਿੰਘ ਨੂੰ ਸਾਹਨੇਵਾਲ ਭੇਜਿਆ ਗਿਆ। 3 ਮਹੀਨੇ ਕੈਦ ਕੱਟੀ ਹਜ਼ਾਰਾ ਸਿੰਘ ਨੇ। 3 ਮਹੀਨੇ ਕੈਦ ਕੱਟੀ ਅਤੇ ਉਹਨੂੰ ਅਫਸਰ ਨੇ ਆਖਿਆ ਕਿ ਜੇ ਤੂੰ ਦੁਬਾਰਾ ਭੈਣੀ ਸਾਹਿਬ ਗਿਆ ਤਾਂ ਤੈਨੂੰ ਫੜ ਕੇ ਹੋਰ ਸਜ਼ਾ ਦੇਵਾਂਗੇ ਅਤੇ ਵਾਪਸ ਘਰੇ ਚਲਾ ਜਾ। ਉੱਥੋਂ ਛੁੱਟ ਗਿਆ। 3 ਮਹੀਨੇ ਕੈਦ ਕੱਟ ਕੇ ਫਿਰ ਭੈਣੀ ਸਾਹਿਬ ਰਾਤ ਨੂੰ ਆ ਗਿਆ। ਆਣ ਕੇ ਫਿਰ ਸੇਵਾ ਵਿੱਚ ਹਾਜ਼ਰ ਹੋ ਗਿਆ ਕਿ ਮੈਂ ਗੁਰੂ ਕੇ ਲੰਗਰ ਵਿੱਚ ਜਾ ਕੇ ਸੇਵਾ ਕਰਨੀ। ਇਸ ਤਰ੍ਹਾਂ ਦਾ ਉਹ ਸਿੱਖ ਆ ਜਿਹੜਾ ਕੈਦ ਕੱਟ ਰਿਹਾ, ਉਹਨੂੰ ਘਰ ਜਾਣ ਵਾਸਤੇ ਆਖਿਆ ਜਾ ਰਿਹਾ। ਉਹ ਆਪਣੇ ਘਰ ਨੂੰ ਛੱਡ ਕੇ ਅਤੇ ਫਿਰ ਗੁਰੂ ਚਰਨਾਂ ਵਿੱਚ ਆਣ ਕੇ ਉੱਥੇ ਜਾਣ ਕੇ ਆਪਣੀ ਸੇਵਾ ਕਰਨੀ ਚਾਹੁੰਦਾ ਹੈ। ਇੱਕ ਦਿਨ ਰਾਤ ਨੂੰ ਚੋਰੀ ਕੰਧ ਟੱਪ ਕੇ ਜਾਣਾ, ਗੇਟ ਥਾਣੀ 'ਤੇ ਜਾ ਨਹੀਂ ਸਕਦੇ, ਸਾਹਮਣੇ ਪਹਿਰਾ ਲੱਗਾ ਸੀ। ਕੰਧ ਟੱਪ ਕੇ ਜਾਣਾ, ਜੰਗਲ ਮੈਦਾਨ ਹੋ ਕੇ ਫਿਰ ਕੰਧ ਟੱਪ ਕੇ ਵਾਪਸ ਅੰਦਰ ਆਉਣਾ। ਇੱਕ ਦਿਨ ਹਜ਼ਾਰਾ ਸਿੰਘ ਇਸੇ ਤਰ੍ਹਾਂ ਹੀ ਦਿਨੇ ਵੀ ਕੰਮ ਪੈ ਗਿਆ ਉਹਨੂੰ, ਕੰਧ ਟੱਪ ਕੇ ਅੰਦਰ ਆ ਰਿਹਾ ਸੀ। ਜਦੋਂ ਕੰਧ ਟੱਪ ਕੇ ਅੰਦਰ ਆਉਣ ਲੱਗਾ, ਸਤਿਗੁਰੂ ਜਗਜੀਤ ਸਿੰਘ ਦੇ ਉਪਦੇਸ਼ ਵਿੱਚ ਵੀ ਆਉਂਦਾ ਹੈ ਕਿ ਜਦੋਂ ਕੰਧ 'ਤੇ ਚੜ੍ਹਿਆ, ਹੱਥ ਪਾਇਆ ਕੰਧ 'ਤੇ, ਥੱਲਿਓਂ ਸਿਪਾਹੀ ਭੱਜ ਕੇ ਆਇਆ। ਉਹਨੇ ਵੇਖ ਲਿਆ ਵੀ ਇਹ ਹਜ਼ਾਰਾ ਸਿੰਘ ਹੈ। ਉਹਨੇ ਦਵਾ ਦਵ ਉਹਦੀ ਲੱਤ ਨੂੰ ਚੰਬੜ ਗਿਆ। ਸੱਚਪਾ ਦੇ ਉਪਦੇਸ਼ ਵਿੱਚ ਆਉਂਦਾ ਹੈ ਕਿ ਕੰਧ ਨੂੰ 'ਤੇ ਹੱਥ ਪਾਇਆ ਹੋਵੇ ਅਤੇ ਪੈਰਾਂ ਨੂੰ ਕੋਈ ਚੰਬੜ ਜਾਵੇ ਅਤੇ ਉਹ ਕਿਵੇਂ ਤਾਂ ਚੜ੍ਹ ਸਕਦਾ ਹੈ। ਪਰ ਉਹਨਾਂ ਦਾ ਮਨ ਬੜਾ ਤਕੜਾ ਸੀ, ਕਿਉਂਕਿ ਗੁਰੂ ਨੂੰ ਰੋਜ਼ ਧਿਆਉਂਦੇ ਸਨ। ਉਹ ਸਣੇ 'ਚ ਸਿਪਾਹੀ ਨੂੰ ਕੰਧ 'ਤੇ ਲੈ ਕੇ ਤਾਂ ਨੂੰ ਚੜ੍ਹ ਗਿਆ। ਅਤੇ ਜਦੋਂ ਜ਼ਿਆਦਾ ਉੱਤੇ ਚਲਾ ਗਿਆ ਅਤੇ ਸਿਪਾਹੀ ਨੇ ਸੋਚਿਆ ਕਿ ਮੈਨੂੰ ਉੱਪਰ ਸੱਦ ਕੇ ਅਤੇ ਕੁੱਟੇ ਮਾਰੇ ਜਾਂ ਧੱਕਾ ਨਾ ਦੇ ਦੇ, ਅਤੇ ਉਹ ਸਿਪਾਹੀ ਨੇ ਉਹਦੀਆਂ ਲੱਤਾਂ ਹੀ ਛੱਡ ਦਿੱਤੀਆਂ। ਵੀ ਜਦੋਂ ਹਜ਼ਾਰਾ ਸਿੰਘ ਰੋਕਿਆ ਨਾ ਗਿਆ ਉਹ ਤੋਂ, ਉਹ ਫਿਰ ਅੰਦਰ ਵੜ ਗਿਆ। ਇਸੇ ਤਰ੍ਹਾਂ ਉਹ ਇੰਨੀਆਂ ਕਠਿਨਾਈਆਂ ਵਿੱਚ ਰਹਿੰਦਾ ਸੀ। ਇੱਕ ਦਿਨ ਹਜ਼ਾਰਾ ਸਿੰਘ ਨੇ ਗ੍ਰੰਥੀਆਂ ਨੂੰ ਆਖਿਆ ਕਿ ਲੰਗਰ ਤੁਸੀਂ ਵਰਤਾਓ। ਜਿਹੜੇ ਉਹ ਗ੍ਰੰਥੀ ਸਨ ਨਾ, ਉਹ ਲੰਗਰ ਵਰਤਾਉਣ ਲੱਗ ਗਏ। ਵਰਤਾਉਂਦਿਆਂ ਕਿਸੇ ਤਰੀਕੇ ਉਹਨਾਂ ਦੀ ਆਪਸ ਵਿੱਚ ਲੜਾਈ ਹੋ ਗਈ। ਜਦੋਂ ਲੜਾਈ ਝਗੜਿਆ ਹੋ ਗਿਆ ਜ਼ਿਆਦਾ, ਅਤੇ ਬਾਹਰ ਜਿਹੜਾ ਹਵਲਦਾਰ ਸੀ ਉਹਨੇ ਸੋਚਿਆ ਵੀ ਅੰਦਰ ਪਤਾ ਨਹੀਂ ਕੀ ਲੜਾਈ ਝਗੜਾ ਉੱਚੀ ਉੱਚੀ ਬੋਲਦੇ ਪਏ ਨੇ। ਉਹ ਭੱਜ ਕੇ ਅੰਦਰ ਆਇਆ। ਸਤਿਗੁਰੂ ਹਰੀ ਸਿੰਘ ਜੀ ਚੁਬਾਰੇ ਵਿੱਚ ਪਾਠ ਕਰ ਰਹੇ ਸਨ। ਹਜ਼ਾਰਾ ਸਿੰਘ ਅਤੇ ਉਹ ਜਿਹੜੇ ਸਿੱਖ ਸਨ ਲਾਂਗਰੀ, ਉਹ ਲੜਦੇ ਸਾਧੂ ਹਰੀ ਸਿੰਘ ਜੀ ਕੋਲ ਪਹੁੰਚ ਗਏ। ਹਵਲਦਾਰ ਵੀ ਮਗਰੀ ਆ ਗਿਆ। ਸਤਿਗੁਰੂ ਹਰੀ ਸਿੰਘ ਜੀ ਹਜ਼ਾਰਾ ਸਿੰਘ ਨੂੰ ਆਪਣੀਆਂ ਲੱਤਾਂ ਦੇ ਵਿੱਚ ਬਿਠਾ ਕੇ ਉੱਪਰ ਬੈਠ ਕੇ ਉੱਪਰ ਚਾਦਰ ਦੀ ਬੁੱਕਲ ਮਾਰ ਲਈ। ਅਤੇ ਉਹ
ਜਿਹੜਾ ਹਵਲਦਾਰ ਆਇਆ ਸੀ ਉਹ ਦੋਵੇਂ ਲਾਂਗਰੀ ਜਿਹੜੇ ਸਨ, ਉਹ ਜਿਹੜੇ ਪਾਠੀ ਸਨ, ਗ੍ਰੰਥੀ ਸਿੱਖ ਸਨ, ਉਹਨਾਂ ਨੂੰ ਫੜ ਕੇ ਲੈ ਗਿਆ। ਹਜ਼ਾਰਾ ਸਿੰਘ ਨੂੰ ਇਸ ਤਰ੍ਹਾਂ ਸਾਧੂ ਹਰੀ ਸਿੰਘ ਜੀ ਬਚਾਇਆ। ਹਜ਼ਾਰਾ ਸਿੰਘ ਬਚਿਆ, ਉਹ ਗ੍ਰੰਥੀ ਸਿੰਘ ਚਲੇ ਗਏ, ਕਿਉਂਕਿ ਹਜ਼ਾਰਾ ਸਿੰਘ ਨੂੰ ਅੱਗੇ ਸਜ਼ਾ ਹੋ ਚੁੱਕੀ ਸੀ। ਉਹਨਾਂ ਨੇ ਆਖਿਆ ਸੀ ਦੁਬਾਰਾ ਫੜਿਆ ਜਾਏਗਾ ਤਾਂ ਵੱਧ ਸਜ਼ਾ ਦੇਵਾਂਗੇ। ਸਤਿਗੁਰੂ ਹਰੀ ਸਿੰਘ ਜੀ ਬਚਾ ਕੇ ਹੁਕਮ ਕੀਤਾ, ਹਜ਼ਾਰਾ ਸਿੰਘ ਤੈਨੂੰ ਆਖਿਆ ਲੰਗਰ 'ਚੋਂ ਬਾਹਰ ਨਹੀਂ ਆਉਣਾ। ਉਹ ਹਜ਼ਾਰਾ ਸਿੰਘ ਫਿਰ ਵਾਪਸ ਲੰਗਰ ਵਿੱਚ ਚਲਾ ਗਿਆ। ਉਹਨੇ ਅਰਜ਼ ਕੀਤੀ ਵੀ ਪਾਤਸ਼ਾਹ ਮੈਂ ਦੁਬਾਰਾ ਲੰਗਰ 'ਚੋਂ ਬਾਹਰ ਨਹੀਂ ਨਿਕਲਦਾ। ਉਹ ਜਾ ਕੇ ਫਿਰ ਲੰਗਰ ਵਿੱਚ ਸੇਵਾ ਕਰਨ ਲੱਗ ਗਿਆ। ਹੁਣ ਬੀਬੀ ਨੰਦਾ ਜਿਹੜੀ ਸੀ, ਉਹਨੇ ਜਾ ਕੇ ਬਾਹਰ ਹਵਲਦਾਰ ਨੂੰ ਆਖਿਆ ਕਿ ਹਜ਼ਾਰਾ ਸਿੰਘ ਅੰਦਰ ਆ ਲੰਗਰ ਵਿੱਚ। ਹਵਲਦਾਰ ਕਹਿੰਦਾ ਤੂੰ ਇੰਤਜ਼ਾਰ ਕਰ ਮੇਰਾ, ਮੈਂ ਸਾਹਨੇਵਾਲ ਤੋਂ ਜਾ ਕੇ ਥਾਣੇਦਾਰ ਨੂੰ ਲੈ ਕੇ ਆਉਣਾ। ਉਹ ਜਾ ਕੇ ਸਾਹਨੇਵਾਲ ਤੋਂ ਥਾਣੇਦਾਰ ਨੂੰ ਲੈ ਕੇ ਆਇਆ। ਬੀਬੀ ਨੰਦਾ ਨੇ ਅੰਦਰੋਂ ਜਾ ਕੇ ਹਜ਼ਾਰਾ ਸਿੰਘ ਦੀ ਬਾਂਹ ਫੜ ਕੇ ਤੇ ਬਾਹਰ ਲਿਆ ਕੇ ਪੇਸ਼ ਕਰਤਾ, ਜੀ ਆ ਲਓ ਹਜ਼ਾਰਾ ਸਿੰਘ। ਹਜ਼ਾਰਾ ਸਿੰਘ ਨੂੰ ਹੱਥਕੜੀ ਲਾ ਲਈ। ਹੱਥਕੜੀ ਲਾ ਲਈ ਜਦੋਂ ਲਿਜਾਣ ਲੱਗੇ ਤੇ ਮਗਰੋਂ ਸਤਿਗੁਰੂ ਹਰੀ ਸਿੰਘ ਜੀ ਆਏ। ਹਜ਼ਾਰਾ ਸਿੰਘ ਤੇ ਬੀਬੀ ਨੰਦਾ ਦਾ ਵਾਰਤਾਲਾਪ ਹੋ ਰਿਹਾ। ਬੀਬੀ ਨੰਦਾ ਅੱਧਾ ਨਾਂ ਲੈ ਕੇ ਸਤਿਗੁਰੂ ਹਰੀ ਸਿੰਘ ਜੀ ਦਾ ਕਹਿੰਦੀ ਏ, ਕਰ ਫਰਿਆਦ ਉਹਦੇ ਅੱਗੇ, ਕਹਿ ਉਹਨੂੰ ਤੈਨੂੰ ਛਡਾਵੇ। ਹੁਣ ਗੁਰੂ ਬਣਿਆ ਫਿਰਦਾ ਇੱਥੇ। ਜਦੋਂ ਇਸ ਤਰ੍ਹਾਂ ਦਾ ਬਚਨ ਕੀਤਾ ਤੇ ਹਜ਼ਾਰਾ ਸਿੰਘ ਆਖਿਆ ਕਿ ਮੈਨੂੰ ਕਿਸੇ ਦੀ ਪਰਵਾਹ ਨਹੀਂ, ਮੈਂ ਕਿਸੇ ਤੋਂ ਨਹੀਂ ਡਰਦਾ, ਮੇਰਾ ਅਕਾਲ ਪੁਰਖ ਸਹਾਈ ਏ, ਉਹ ਮੇਰੀ ਬਖਸ਼ਿਸ਼ ਕਰੇਗਾ, ਮੇਰੇ 'ਤੇ ਮੇਰੀ ਮਦਦ ਕਰੇਗਾ। ਇੰਨੀ ਗੱਲ ਕਹੀ। ਉੱਧਰੋਂ ਸਤਿਗੁਰੂ ਹਰੀ ਸਿੰਘ ਜੀ ਆ ਗਏ। ਸਤਿਗੁਰੂ ਹਰੀ ਸਿੰਘ ਜੀ ਆਣ ਕੇ ਆਖਿਆ ਉਹਨੂੰ ਹਵਲਦਾਰ ਨੂੰ ਵੀ ਜਿੱਥੇ ਕਹੋ ਤੁਹਾਨੂੰ ਉੱਥੇ ਪਹੁੰਚਾ ਦਿੰਦੇ ਆ ਹਜ਼ਾਰਾ ਸਿੰਘ, ਪਰ ਹੱਥਕੜੀ ਨਾ ਲਾਓ। ਉਹ ਹੱਥਕੜੀ ਲਾ ਦਿੱਤੀ। ਉਸੇ ਵੇਲੇ ਉਹ ਸਿਪਾਹੀ ਜਿਹੜੇ ਸੀ ਉਹ ਉਹਨੂੰ ਫੜ ਕੇ ਲੁਧਿਆਣੇ ਲੈ ਗਏ। ਲੁਧਿਆਣੇ ਜਾ ਕੇ ਉਹਨਾਂ ਨੇ ਹਜ਼ਾਰਾ ਸਿੰਘ ਨੂੰ 2 ਮਹੀਨੇ ਦੀ ਫੇਰ ਜਿਹੜੀ ਸੀ ਉਹ ਕੈਦ ਦਿੱਤੀ। ਕੈਦ ਕੀਤੀ 2 ਮਹੀਨੇ ਦੀ। 2 ਮਹੀਨਿਆਂ ਬਾਅਦ ਜੇਲ੍ਹ 'ਚੋਂ ਕੱਢ ਕੇ ਸੁਪਰਡੈਂਟ ਉਹਨੂੰ ਪੁੱਛਦਾ ਆ ਵੀ ਹਜ਼ਾਰਾ ਸਿੰਘ ਤੂੰ ਕੁਝ ਕਹਿਣਾ ਆ? ਉਹ ਕਹਿੰਦਾ ਤੁਸੀਂ ਕਿਹੜਾ ਮੇਰੀ ਗੱਲ ਸੁਣਦੇ ਹੋ ਕੋਈ? ਉਹ ਕਹਿੰਦਾ ਕੀ ਗੱਲ ਹੋਈ ਸੀ? ਉਹ ਕਹਿੰਦਾ ਮੈਨੂੰ ਤੇ ਹਵਲਦਾਰ ਨੇ ਆਖਿਆ ਸੀ ਸ਼ਰਦਾਈ ਪਿਆ ਆਣ ਕੇ, ਮੈਂ ਤਾਂ ਅੰਦਰ ਲੰਗਰ 'ਚ ਗਿਆ ਸੀ, ਮੈਂ ਤਾਂ ਜਾਣਾ ਹੀ ਨਹੀਂ ਸੀ। ਮੈਂ ਤਾਂ ਇਹਨੇ ਸ਼ਰਦਾਈ ਮੰਗੀ, ਮੈਂ ਤਾਂ ਸ਼ਰਦਾਈ ਦੇਣ ਵਾਸਤੇ ਗਿਆ ਸੀ। ਫਿਰ ਹਵਲਦਾਰ ਨੇ ਇਹਨੂੰ ਛੱਡ ਦਿੱਤਾ ਵੀ ਅੱਜ ਤੋਂ ਬਾਅਦ ਦੁਬਾਰਾ ਕੋਈ ਇਸ ਤਰ੍ਹਾਂ ਦੀ ਗਲਤੀ ਨਾ ਕਰੀ ਅਤੇ ਤੈਨੂੰ ਹੁਣ ਛੱਡ ਦਿੰਦੇ ਹਾਂ, ਤੂੰ ਆਪਣੇ ਘਰੇ ਜਾ। ਸਾਧ ਸੰਗਤ ਜੀ ਉਸ ਦਿਨ ਫਿਰ ਰਾਤ ਉੱਥੋਂ ਛੁੱਟ ਕੇ 2 ਮਹੀਨੇ ਦੀ ਕੈਦ ਕੱਟ ਕੇ ਫਿਰ ਰਾਤ ਆਣ ਕੇ ਲੰਗਰ ਵਿੱਚ ਹਾਜ਼ਰ ਹੋਇਆ ਹਜ਼ਾਰਾ ਸਿੰਘ। ਇਹ ਇਸ ਤਰ੍ਹਾਂ ਦੇ ਸਿੱਖ ਸੀ ਜਿਨ੍ਹਾਂ ਨੇ ਆਪਣਾ ਸਾਰਾ ਕੁਰ ਘਰ-ਬਾਰ ਵੇਚ ਕੇ ਸੱਚ ਪਾਤਸ਼ਾਹ ਦੇ ਲੰਗਰ ਵਿੱਚ ਸਤਿਗੁਰ ਦੇ ਹਜ਼ੂਰੀ ਵਿੱਚ ਲਿਆ ਕੇ ਮੱਥਾ ਟੇਕ ਦਿੱਤਾ ਅਤੇ ਸਾਰੀ ਉਮਰ ਇਸੇ ਤਰ੍ਹਾਂ ਕੈਦ ਕੱਟਦੇ ਰਹੇ, ਇਸੇ ਤਰ੍ਹਾਂ ਉਹਨਾਂ ਤੋਂ ਝਿੜਕਾਂ ਖਾਂਦੇ ਰਹੇ ਆਪਣੇ ਸਤਿਗੁਰ ਦੀ ਸੇਵਾ ਕਰਨ ਵਾਸਤੇ। ਸਾਧ ਸੰਗਤ ਜੀ ਸੇਵਾ ਵਿੱਚ ਫਰਕ ਆ। ਇੱਕ ਸੇਵਾ ਆ ਜਿਸ ਸੇਵਾ ਕੀਤਿਆਂ ਸਾਨੂੰ ਚੌਧਰ ਮਿਲਦੀ ਹੈ। ਇੱਕ ਸੇਵਾ ਆ ਜਿਸ ਕੀਤਿਆਂ ਸਾਨੂੰ ਲੋਕ ਮਾੜਾ ਆਖਦੇ ਨੇ। ਇੱਕ ਸੇਵਾ ਆ ਜਿਹਨੂੰ ਕੀਤਿਆਂ ਹੁਣ ਦੇਖ ਲਓ ਹਜ਼ਾਰਾ ਸਿੰਘ ਦਾ ਕੀ ਹਾਲ ਹੋ ਰਿਹਾ, ਪਰ ਉਹ ਫਿਰ ਵੀ ਆਂਦਾ ਮੈਂ ਆਪਣੇ ਸਤਿਗੁਰ ਦੀ ਸੇਵਾ ਕਰਨੀ ਹੈ। ਉਹ ਇੰਨੇ ਦ੍ਰਿੜ ਵਿਸ਼ਵਾਸ ਵਾਲੇ ਸਨ ਸਿੱਖ, ਭਜਨ ਬੰਦਗੀ ਕਰਦੇ ਸਨ। ਸੱਚ ਪਾਤਸ਼ਾਹ ਜੀ ਕਿਰਪਾ ਕਰਨ ਸਾਡੇ ਅੰਦਰ, ਅਸੀਂ ਉਸ ਤਰ੍ਹਾਂ ਦੇ ਤਾਂ ਨਹੀਂ ਹੋ ਸਕਦੇ ਜਿਸ ਤਰ੍ਹਾਂ ਦੇ ਉਹ ਹਜ਼ਾਰਾ ਸਿੰਘ ਹੋਣੀ ਸਨ, ਪਰ ਸਾਡੇ ਅੰਦਰ ਬਖਸ਼ਿਸ਼ ਕਰਨ ਸਤਿਗੁਰ, ਸਾਡੇ ਅੰਦਰ ਸੇਵਾ ਭਾਵਨਾ ਦੀ ਭਾਵਨਾ ਜ਼ਰੂਰ ਆਵੇ। ਅਤੇ ਜੇ ਭਾਵਨਾ ਆਵੇ ਅਤੇ ਮਨ 'ਚ ਹੰਕਾਰ ਹੀ ਨਾ ਆਵੇ ਅਤੇ ਅਸੀਂ ਸਮਰਪਿਤ ਹੋ ਕੇ ਆਪਣੇ ਸਤਿਗੁਰ ਦੇ ਚਰਨਾਂ ਵਿੱਚ ਸੇਵਾ ਕਰਦੇ ਰਹੀਏ। ਸਤਿਗੁਰ ਇੰਨੀ ਹੀ ਸਾਨੂੰ ਬਖਸ਼ਿਸ਼ ਕਰ ਦੇਣ ਸਾਡੇ 'ਤੇ, ਇਹੀ ਬਹੁਤ ਵੱਡੀ ਗੱਲ ਹੈ। ਸਿੱਖਾਂ ਦੇ ਉੱਤੇ ਇੰਨੀਆਂ ਸਖਤਾਈਆਂ ਦਾ ਦੌਰ ਆਇਆ, ਫਿਰ ਸਿੱਖਾਂ ਨੇ ਅਰਜ਼ ਕੀਤੀ ਜੀ ਸਾਡਾ ਤਾਂ ਇੱਕੋ ਹੀ ਥਾਂ ਆ ਜਿੱਥੇ ਜਾ ਕੇ ਅਸੀਂ ਭਜਨ ਬੰਦਗੀ ਕਰਨਾ ਆ, ਹੋਰ ਤਾਂ ਸਾਡੇ ਵਾਸਤੇ ਕੋਈ ਥਾਂ ਹੀ ਨਹੀਂ ਹੈਗਾ। ਸਾਧ ਸੰਗਤ ਜੀ ਫਿਰ ਸਿੱਖਾਂ ਨੇ ਇੰਨੀਆਂ ਅਰਜ਼ੀਆਂ ਪਾਈਆਂ ਅਤੇ ਜਿਹੜੀ 5 ਸਿੱਖਾਂ ਦੀ ਮਨਜ਼ੂਰੀ ਸੀ ਉਹ ਇਸ ਗੱਲ ਨੂੰ ਤੋੜ ਕੇ ਉਹਨਾਂ ਨੇ 5 ਤੋਂ 10 ਸਿੱਖਾਂ ਦੀ ਮਨਜ਼ੂਰੀ ਦੇ ਦਿੱਤੀ। ਜੂਨ 1887 ਵਿੱਚ ਇਹ ਕਹਿ ਦਿੱਤਾ ਗਿਆ ਵੀ ਅੱਜ ਤੋਂ ਬਾਅਦ 10 ਸਿੱਖ ਆਣ ਕੇ ਮੱਥਾ ਟੇਕ ਸਕਦੇ ਨੇ। ਜਿਹੜੇ 5 ਆਉਣ ਵਾਸਤੇ ਬਾਹਰ ਲਾਈਨ ਨਹੀਂ ਸੀ ਨਾ ਲੱਗਣ ਦਿੰਦੇ, ਉਹ ਹੁਣ ਬਾਹਰ 10 ਸਿੱਖ ਅੰਦਰ ਜਾ ਕੇ ਦਰਸ਼ਨ ਕਰ ਆਉਂਦੇ ਨੇ ਅਤੇ ਬਾਹਰ ਜਿਹੜੇ ਨੇ ਉਹ 10 ਸਿੱਖ ਜਿਹੜੇ ਨੇ ਉਹ ਇੰਤਜ਼ਾਰ ਕਰਦੇ ਸਨ। ਇਸ ਤਰ੍ਹਾਂ ਸਿੱਖਾਂ ਨੂੰ ਮਨਜ਼ੂਰੀ ਮਿਲਣ ਲੱਗ ਗਈ ਕਿ ਉਹ 10-10 ਕਰਕੇ ਵੀ ਆਣ ਕੇ ਦਰਸ਼ਨ ਕਰ ਸਕਦੇ ਨੇ। ਸਾਰੀ ਸੰਗਤ ਦੇ ਮਨ ਵਿੱਚ ਬੜਾ ਚਾਅ ਹੋਇਆ ਕਿ ਸਾਨੂੰ ਬਖਸ਼ਿਸ਼ ਹੋਈ ਹੈ, ਅਸੀਂ ਵੱਧ ਸਿੱਖਾਂ ਦੇ ਆਣ ਕੇ ਦਰਸ਼ਨ ਕਰ ਸਕਦੇ ਹਾਂ।
ਸਤਿਗੁਰੂ ਹਰੀ ਸਿੰਘ ਦਾ ਸਮਾਂ ਭੈਣੀ ਸਾਹਿਬ ਵਿੱਚ ਇਸ ਤਰ੍ਹਾਂ ਕਠਿਨਾਈਆਂ ਦੇ ਵਿੱਚ ਚੱਲ ਰਿਹਾ ਹੈ। ਉੱਧਰ ਸਤਿਗੁਰੂ ਰਾਮ ਸਿੰਘ ਜੀ ਰੰਗੂਨ ਵਿੱਚ ਨੇ। ਰੰਗੂਨ ਵਿੱਚ ਵੀ ਸਤਿਗੁਰੂ ਰਾਮ ਸਿੰਘ ਜੀ 'ਤੇ ਬਹੁਤ ਸਖਤਾਈ ਕਰ ਦਿੱਤੀ, ਕਿਉਂਕਿ ਇੱਕ ਮੈਂ ਬਚਨ ਭੁੱਲ ਗਿਆ, ਜਿਹੜਾ ਹੁਕਮਨਾਮਾ ਭੇਜਿਆ ਸੀ ਨਾ ਸਤਿਗੁਰੂ ਰਾਮ ਸਿੰਘ ਜੀ ਨੇ, ਅੱਜ ਤੋਂ ਬਾਅਦ ਇਹਦਾ ਨਾਮ ਹਰੀ ਸਿੰਘ ਹੋਇਆ, ਉਹ ਹੁਕਮਨਾਮਾ ਰੱਖ ਲਿਆ ਗਿਆ ਸੀ। ਭੈਣੀ ਸਾਹਿਬ ਦੇ ਵਿੱਚ ਕਿਸੇ ਨੇ ਸ਼ਿਕਾਇਤ ਕੀਤੀ ਕਿ ਇਹਨਾਂ ਨੇ ਅੰਦਰ ਲੁਕੋ ਕੇ ਹੁਕਮਨਾਮੇ ਰੱਖੇ ਹੋਏ ਨੇ। ਸਾਧ ਸੰਗਤ ਜੀ, ਭੈਣੀ ਸਾਹਿਬ 'ਚ ਆਣ ਕੇ ਭੈਣੀ ਸਾਹਿਬ ਦੀ ਅੰਦਰੋਂ ਲੰਗਰ ਵਿੱਚੋਂ ਤਲਾਸ਼ੀ ਹੋਣ ਲੱਗ ਗਈ। ਤਲਾਸ਼ੀ ਹੋਣ ਲੱਗਿਆ ਉਹਨਾਂ ਨੇ ਆਖਿਆ ਜੀ ਪੁੱਟੋ, ਥਾਂ ਪੁੱਟ ਕੇ ਅੰਦਰੋਂ ਤਲਾਸ਼ੀ ਕਰਨੀ ਸ਼ੁਰੂ ਕੀਤੀ। 2 ਥਾਵਾਂ ਪੁੱਟ ਲਈਆਂ, ਤੀਸਰੀ ਉਹ ਕੰਧ ਵਿੱਚ ਲੁਕੋ ਕੇ ਰੱਖਿਆ ਹੋਇਆ ਸੀ ਹੁਕਮਨਾਮਾ। ਜਦੋਂ ਉਹ ਤੋੜਦੇ ਉਹ ਕੰਧ ਤੱਕ ਗਏ, ਜਦੋਂ ਕੰਧ ਤੱਕ ਗਏ ਤੇ ਉਹ ਜਿੱਥੇ ਲੁਕੋ ਕੇ ਰੱਖਿਆ ਸੀਗਾ ਉੱਥੇ ਰਾਗਾ ਸਿੰਘ ਜਿਹੜਾ ਸੀ ਜਾ ਕੇ ਉਹ ਖਲੋ ਗਿਆ। ਜਦੋਂ ਉਹ ਸਿੱਖ ਖਲੋ ਗਿਆ ਤੇ ਉਹਨੇ ਆਖਿਆ ਵੀ ਤੁਸੀਂ ਅੱਗੇ ਬਹੁਤ ਥਾਂ ਢਾਹ ਦਿੱਤਾ, ਤੁਹਾਨੂੰ ਕੁਝ ਨਹੀਂ ਮਿਲਿਆ, ਇੱਧਰੋਂ ਅਗਲੇ ਬੰਨੇ ਲਿਖਿਆ ਜਾਵੇ, ਲਿਖਤ ਪੜਤ ਕੀਤੀ ਜਾਵੇ, ਜੋ ਢਾਓਗੇ ਤੁਹਾਨੂੰ ਬਣਾ ਕੇ ਦੇਣਾ ਪਏਗਾ ਜੇ ਤੁਹਾਨੂੰ ਇੱਥੋਂ ਕੁਝ ਨਾ ਲੱਭਿਆ। ਸਿਪਾਹੀ ਨੇ ਆਖਿਆ, ਪੁਲਿਸ ਵਾਲੇ ਨੇ ਆਖਿਆ ਕਿ ਅੱਗੇ 2 ਥਾਵਾਂ ਢਾਈਆਂ ਨੇ, ਸਾਨੂੰ ਕੁਝ ਨਹੀਂ ਲੱਭਿਆ, ਜੇ ਆ ਵੀ ਢਾਈ ਤੇ ਇੱਥੋਂ ਵੀ ਨਾ ਮਿਲਿਆ ਤੇ ਸਾਨੂੰ ਆਪਣੇ ਕੋਲੋਂ ਬਣਾ ਕੇ ਦੇਣਾ ਪੈਣਾ ਹੈ, ਤੇ ਸਾਨੂੰ ਵੱਡਾ ਅਫਸਰ ਜਿਹੜਾ ਹੈ ਉਹ ਗੁੱਸੇ ਹੋਏਗਾ ਵੀ ਤੁਸੀਂ ਕਿਉਂ ਢਾਇਆ। ਉਹਨੇ ਫਿਰ ਆਣ ਕੇ ਉੱਥੋਂ ਬੰਦ ਕਰਤਾ ਢਾਉਣਾ, ਤੇ ਸੱਚ ਪਾਤਸ਼ਾਹ ਜੀ ਬਖਸ਼ਿਸ਼ ਕੀਤੀ ਕਿ ਉਹ ਜਿਹੜਾ ਹੁਕਮਨਾਮਾ ਸੀ, ਫਿਰ ਉਹ ਜਦੋਂ ਸਿਪਾਹੀ ਚਲੇ ਜਾਂਦੇ ਨੇ ਉਸ ਤੋਂ ਬਾਅਦ ਕੱਢ ਕੇ ਜਿਹੜਾ ਹੁਕਮ ਸੀ ਨਾ ਵੀ ਇਹਨੂੰ ਅਗਨੀ ਭੇਂਟ ਕਰ ਦੇਣਾ ਜਾਂ ਇਹਦੇ ਅਰਥ ਸਮਝ ਕੇ ਜਲ ਦੇ ਵਿੱਚ ਗਾਲ ਦੇਣਾ, ਫਿਰ ਉਹਨੂੰ ਅਗਨੀ ਭੇਂਟ ਕਰ ਦਿੱਤਾ ਗਿਆ। ਉਹ ਹੁਕਮਨਾਮਾ ਇਸ ਕਰਕੇ ਨਹੀਂ ਹੈਗਾ ਆਪਣੇ ਕੋਲ। ਬਾਕੀ ਹੁਕਮਨਾਮੇ ਹੈਗੇ ਨੇ, ਸਿਰਫ ਇਹੀ ਸੀਗਾ ਵੀ ਉਸ ਹੁਕਮਨਾਮੇ ਨੂੰ ਗੁਪਤ ਰੱਖਣ ਦਾ ਹੁਕਮ ਸੀ ਕਿ ਜੇ ਇਹੀ ਹੁਕਮਨਾਮਾ ਅੰਗਰੇਜ਼ਾਂ ਦੇ ਹੱਥ ਵਿੱਚ ਲੱਗ ਜਾਂਦਾ ਤਾਂ ਉਹ ਸਤਿਗੁਰੂ ਹਰੀ ਸਿੰਘ ਜੀ ਨੂੰ ਵੀ ਫੜ ਸਕਦੇ ਸਨ ਕਿ ਹੁਣ ਇਹਨਾਂ ਨੇ ਕਾਰ ਜਿਹੜੀ ਹੈ ਆਪਣੇ ਛੋਟੇ ਭਰਾ ਨੂੰ ਸਾਰੀ ਦਿਓ ਦਿੱਤੀ ਹੈ, ਇਹਨਾਂ ਨੂੰ ਸੌਂਪ ਦਿੱਤੀ ਹੈ। ਉਹ ਇਸੇ ਤਰ੍ਹਾਂ ਹੁਕਮਨਾਮਾ ਜਿਹੜਾ ਉਹ ਅਗਨੀ ਵਿੱਚ ਭੇਂਟ ਕੀਤਾ ਗਿਆ। ਸਤਿਗੁਰੂ ਰਾਮ ਸਿੰਘ ਜੀ ਰੰਗੂਨ ਵਿੱਚ ਸਖਤਾਈ ਇੰਨੀ ਹੋ ਗਈ ਕਿਉਂਕਿ ਕਈ ਸਿੱਖ ਸਨ, ਨਰਾਇਣ ਸਿੰਘ ਸੀ, 1-2 ਹੋਰ ਸਿੱਖ ਸੀਗੇ, ਉਹਨਾਂ ਨੇ ਬੜੀ ਮਿਹਨਤ ਨਾਲ ਜਾ ਕੇ ਦਰਸ਼ਨ ਕੀਤੇ। ਜਦੋਂ ਹੁਕਮਨਾਮਾ ਲੈ ਲਿਆ, ਹੁਕਮਨਾਮਾ ਲਿਆ ਕੇ ਫਿਰ ਉਹਨਾਂ ਨੇ ਵੰਡਤਾ, ਸਾਰੀ ਸੰਗਤ ਨੂੰ ਖੁੱਲ੍ਹੇਆਮ ਵੰਡ ਦਿੱਤਾ। ਜਿਹੜਾ ਕਿ ਉਹ ਕਾਪੀ ਅੰਗਰੇਜ਼ ਕੋਲ ਚਲੀ ਗਈ, ਉਹਨੇ ਜਾ ਕੇ ਵਾਪਸ ਵੱਡੇ ਵਾਇਸਰਾਏ ਨੂੰ, ਲਾਟ ਨੂੰ ਭੇਜੀ ਕਿ ਤੁਸੀਂ ਰੰਗੂਨ ਵਾਲਿਆਂ ਨੇ ਸਤਿਗੁਰੂ ਰਾਮ ਸਿੰਘ ਜੀ 'ਤੇ ਕਿਸ ਗੱਲ ਦਾ ਪਹਿਰਾ ਦਿੱਤਾ। ਸਿੱਖ ਜਾ ਕੇ ਮਿਲਦੇ ਨੇ, ਹੁਕਮਨਾਮੇ ਲੈ ਕੇ ਆਉਂਦੇ ਨੇ, ਆਹ ਵੇਖੋ ਸਾਡੇ ਕੋਲ ਹੁਕਮਨਾਮਾ। ਉਸ ਤੋਂ ਬਾਅਦ ਫਿਰ ਸਤਿਗੁਰੂ ਰਾਮ ਸਿੰਘ ਜੀ 'ਤੇ ਇੰਨੀ ਸਖਤਾਈ ਕਰ ਦਿੱਤੀ ਉਹਨਾਂ ਨੇ ਕਿ ਜਿਹੜਾ ਪਹਿਰਾ ਸਿਰਫ ਗੇਟ 'ਤੇ ਹੁੰਦਾ ਸੀ, ਉਹ ਸਾਰੇ ਬੰਗਲੇ ਦੇ ਚਾਰੇ ਪਾਸੇ 2-2 ਸਿੱਖਾਂ 2-2 ਸਿਪਾਹੀਆਂ ਦਾ ਲਾ ਦਿੱਤਾ। ਇੱਕ ਸਿਪਾਹੀ ਜਾਂਦਾ ਆ ਇੱਧਰ ਨੂੰ, ਇੱਕ ਦੂਸਰੇ ਪਾਸੇ ਨੂੰ ਜਾਂਦਾ ਹੈ। ਉਹਨਾਂ ਨੇ ਲਿਖ ਕੇ ਫੱਟੀ ਲਾ ਦਿੱਤੀ, ਕੋਈ ਵੀ ਇਸ ਬੰਗਲੇ ਦੇ ਅੰਦਰ ਨਾ ਕੋਈ ਚੀਜ਼ ਸੁੱਟ ਸਕਦਾ ਹੈ, ਨਾ ਕੋਈ ਚੀਜ਼ ਅੰਦਰੋਂ ਬਾਹਰ ਆਏਗੀ। ਜੇ ਕੋਈ ਲੈਂਦਾ ਜਾਂ ਦਿੰਦਾ ਚੀਜ਼ ਫੜਿਆ ਜਾਂਦਾ ਹੈ ਤੇ ਉਹਨੂੰ ਇੰਨੇ ਮਹੀਨੇ ਦੀ ਕੈਦ ਹੋਏਗੀ। ਇਸ ਤਰ੍ਹਾਂ ਲਿਖ ਕੇ ਲਾਇਆ। ਦਿਨੇ ਉੱਥੋਂ ਦੇ ਜਿਹੜੇ ਲੋਕ ਸਨ ਲੋਕਲ, ਉਹ ਖਬਰ ਰੱਖਦੇ ਨੇ, ਉਹ ਪਹਿਰਾ ਦਿੰਦੇ ਨੇ। ਰਾਤ ਨੂੰ ਗੋਰੇ ਜਿਹੜੇ ਸੀ ਉਹ ਪਹਿਰਾ ਦਿੰਦੇ ਨੇ। 24 ਘੰਟੇ ਦਾ ਪਹਿਰਾ ਸਤਿਗੁਰੂ ਰਾਮ ਸਿੰਘ ਜੀ 'ਤੇ ਲਾ ਦਿੱਤਾ ਉਹਨਾਂ ਨੇ। ਉੱਥੇ ਵੀ ਹੁਣ ਸਖਤਾਈ ਹੋ ਗਈ। ਸਿੱਖ ਜੇ ਕੋਈ ਭੈਣੀ ਸਾਹਿਬੋਂ ਸੱਚ ਪਾਤਸ਼ਾਹ ਤੋਂ ਆਗਿਆ ਲੈ ਕੇ ਜਾਂਦਾ ਹੈ ਤੇ ਉਹਨਾਂ ਨੂੰ ਵੀ ਦਰਸ਼ਨ ਕਰਨੇ ਬਹੁਤ ਔਖੇ ਹੋ ਗਏ। ਸਿੱਖਾਂ ਦਾ ਤਾਂ ਇੱਥੋਂ ਤੱਕ ਜ਼ਿਕਰ ਆਉਂਦਾ ਹੈ ਕਿ ਭਾਈ ਨਾਨੂ ਸਿੰਘ ਨੇ ਜਾ ਕੇ ਸਿੱਖਾਂ ਨੂੰ ਜਦੋਂ ਆਏ ਸਿੱਖ ਦਰਸ਼ਨ ਕਰਨ, ਤੇ ਉਹਨੇ ਆਖਿਆ ਵੀ ਆਪਣੇ ਕੱਪੜੇ ਰੰਗ ਲਓ। ਸਿੱਖਾਂ ਨੇ ਪੀਲੇ, ਕਾਲੇ, ਹਰੇ, ਲਾਲ ਇਸ ਤਰ੍ਹਾਂ ਦੇ ਗੂੜ੍ਹੇ ਗੂੜ੍ਹੇ ਰੰਗ ਦੇ ਬਸਤਰ ਪਾਏ, ਨਾਲ ਦਸਤਾਰਾਂ ਦਾ ਰੰਗ ਚੇਂਜ ਕੀਤਾ ਕਿ ਕਿਤੇ ਪਛਾਣੇ ਨਾ ਜਾਈਏ ਅਤੇ ਅਸੀਂ ਆਪਣੇ ਸਤਿਗੁਰ ਦੇ ਦਰਸ਼ਨ ਕਰ ਲਈਏ। ਇੱਕ ਕਿਉਂਕਿ ਰੰਗਦਾਰ ਕੱਪੜੇ ਪਾਏ ਨੇ, ਨਹੀਂ ਪਛਾਣ ਚਾਹੁੰਦੇ ਵੀ ਕਿਹੜਾ ਸਿੱਖ ਆ। ਭੇਸ ਬਦਲ ਲੈਂਦੇ ਸੀ, ਦਾੜੀ ਜਿਹੜੀ ਸੀ ਉਹਨੂੰ ਵੀ ਬੰਨ੍ਹ ਲੈਂਦੇ ਸੀ ਤਾਂ ਨੂੰ ਚੱਕ ਕੇ ਕਿ ਪਛਾਣੇ ਨਾ ਜਾਈਏ ਕਿ ਇਹ ਕੂਕਾ ਹੈ, ਕੋਈ ਨਾਮਧਾਰੀ ਹੈ, ਕਿਉਂਕਿ ਨਾਮਧਾਰੀ ਪਹਿਰਾਵੇ ਦਾ ਸਟਾਈਲ ਦਾ ਪਤਾ ਲੱਗ ਜਾਂਦਾ ਸੀ। ਫਿਰ ਇੱਕ ਕੋਡ ਵਰਡ ਸੀਗਾ ਕਿ ਸਾਰੇ ਚਿਹਰੇ 'ਤੇ ਹੱਥ ਫੇਰਨਾ ਇੱਦਾਂ ਕਰਕੇ, ਅਤੇ ਇਹ ਪਤਾ ਲੱਗ ਜਾਏਗਾ ਕਿ ਇਹ ਨਾਮਧਾਰੀ ਹੈ, ਅਤੇ ਜਾਂ ਛਾਤੀ 'ਤੇ ਹੱਥ ਰੱਖ ਕੇ ਇਸ ਤਰ੍ਹਾਂ ਖਲੋ ਜਾਣਾ ਕਿ ਇਹ ਨਾਮਧਾਰੀ ਹੈ। ਇਸ ਤਰ੍ਹਾਂ ਜਦੋਂ ਸਿੱਖ ਬਾਹਰੋਂ ਚਿਹਰੇ 'ਤੇ ਹੱਥ ਫੇਰਦਾ ਸੀ, ਅੰਦਰ ਸੱਚ ਪਾਤਸ਼ਾਹ ਜੀ ਵੀ ਆਪਣੇ ਮੁਖਾਰਬਿੰਦ 'ਤੇ ਇਸ ਤਰ੍ਹਾਂ ਹੀ ਹੱਥ ਫੇਰਦੇ ਸਨ। ਉਹ ਪਤਾ ਲੱਗ ਗਿਆ ਸੀ ਵੀ ਸੱਚ ਪਾਤਸ਼ਾਹ ਨੂੰ ਵੀ ਪਤਾ ਲੱਗ ਗਿਆ ਕਿ ਇਹ ਸਿੱਖ ਆ। ਸਿੱਖ ਨੂੰ ਪਤਾ ਲੱਗ ਗਿਆ ਵੀ ਸੱਚ ਪਾਤਸ਼ਾਹ ਨੇ ਮੈਨੂੰ ਪਛਾਣ ਲਿਆ ਕਿ ਮੇਰਾ ਸਿੱਖ ਆਇਆ। ਫਿਰ ਉਸ ਤੋਂ ਬਾਅਦ
ਬਾਹਰੋਂ ਅੰਦਰ ਵੱਟੇ ਨਾਲ ਬੰਨ੍ਹ ਕੇ ਹੁਕਮਨਾਮੇ ਭੇਜੇ ਜਾਣੇ, ਅੰਦਰੋਂ ਲਏ ਜਾਣੇ, ਇਸ ਤਰ੍ਹਾਂ ਦੀ ਸਮਾਂ ਆ ਗਿਆ। ਇੱਕ ਦਿਨ ਨਾਨੂ ਸਿੰਘ ਨੂੰ ਸਤਿਗੁਰੂ ਰਾਮ ਸਿੰਘ ਜੀ ਬਚਨ ਕੀਤਾ, ਨਾਨੂ ਸਿੰਘ 7100 ਪਾਠ ਕਰ ਭਗਉਤੀ ਦਾ, 101 ਪਾਠ ਭਗਉਤੀ ਦਾ ਕਰਨ ਦਾ ਹੁਕਮ ਹੋਇਆ। ਜਦੋਂ ਹੁਕਮ ਹੋਇਆ ਤੇ ਫਿਰ ਹੁਕਮ ਕੀਤਾ, ਨਾਨੂ ਸਿੰਘ ਜਦੋਂ ਪਾਠ ਕਰਕੇ ਹਟਿਆ, ਉਹਨੇ ਆਣ ਕੇ ਅਰਜ਼ ਕੀਤੀ, ਪਾਤਸ਼ਾਹ ਇੱਕ ਮੁੰਦਰਾਂ ਵਾਲਾ ਮੈਨੂੰ ਜੋਗੀ ਦਿਸਿਆ। ਸਤਿਗੁਰੂ ਰਾਮ ਸਿੰਘ ਜੀ ਹੁਕਮ ਕੀਤਾ, ਮੈਨੂੰ 2 ਮੁੰਦਰਾਂ ਵਾਲਾ ਦਿਸਿਆ। ਸੱਚ ਪਾਤਸ਼ਾਹ ਜੀ ਨਾਲ ਹੀ ਬਚਨ ਕੀਤਾ, ਤੈਨੂੰ ਪਤਾ ਇਹ ਕੌਣ ਆ? ਕਹਿੰਦਾ ਜੀ ਨਹੀਂ। ਗੁਰੂ ਸਾਹਿਬ ਹੁਕਮ ਕਰਦੇ ਨੇ, ਇਹ ਉਹ ਤਪਾ ਜੋਗੀ ਏ ਜਿਹੜਾ ਦੂਸਰੇ ਪਾਤਸ਼ਾਹ ਜੀ ਵੇਲੇ ਗੁਰੂ ਅੰਗਦ ਦੇਵ ਜੀ ਨੂੰ ਉਹਨੇ ਖਡੂਰ ਸਾਹਿਬ 'ਚੋਂ ਪੰਡਤਾਂ ਜੱਟਾਂ ਨੂੰ ਆਖਿਆ ਸੀ, ਜ਼ਿਮੀਂਦਾਰਾਂ ਨੂੰ, ਕਿ ਤੁਸੀਂ ਗ੍ਰਸਤੀ ਦੀ ਸੇਵਾ ਕਰਦੇ ਹੋ, ਇਹਨੂੰ ਆਪਣੇ ਪਿੰਡ 'ਚੋਂ ਬਾਹਰ ਕੱਢੋਗੇ ਤਾਂ ਤੁਹਾਡੇ ਮੀਂਹ ਪਏਗਾ। ਅਤੇ ਜਦੋਂ ਗੁਰੂ ਸਾਹਿਬ 'ਤੇ ਹੁਕਮ ਕੀਤਾ, ਸਿੱਖਾਂ ਨੂੰ ਉਹ ਸਮਝਾਇਆ ਲੋਕਾਂ ਨੂੰ, ਪਰ ਨਾ ਸਮਝੇ। ਗੁਰੂ ਸਾਹਿਬ ਖਡੂਰ ਸਾਹਿਬ ਛੱਡ ਕੇ ਚਲੇ ਗਏ। ਤੀਸਰੇ ਪਾਤਸ਼ਾਹ ਜੀ ਗਏ ਹੋਏ ਸਨ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਇਸ ਤਰ੍ਹਾਂ ਹੋਇਆ, ਉਹਨਾਂ ਨੂੰ ਬਹੁਤ ਗੁੱਸਾ ਲੱਗਾ ਅਤੇ ਉਹਨਾਂ ਨੇ ਫਿਰ ਆਣ ਕੇ ਆਖਿਆ ਕਿ ਮੀਂਹ ਪਿਆ? ਉਹ ਕਹਿੰਦੇ ਜੀ ਨਹੀਂ ਪਿਆ। ਫਿਰ ਉਹਨਾਂ ਨੇ ਹੁਕਮ ਕੀਤਾ, ਤੀਜੇ ਪਾਤਸ਼ਾਹ ਜੀ ਨੇ, ਕਿ ਇਸ ਤਪੇ ਨੂੰ, ਉਹ ਆਂਦੇ ਜੀ 8 ਦਿਨ ਹੋ ਗਏ ਨੇ, ਹੁਣ ਤਪਾ ਵੀ ਬਾਹਰ ਨਹੀਂ ਨਿਕਲਦਾ ਪਿਆ, ਅੰਦਰ ਦਰਵਾਜ਼ਾ ਬੰਦ ਕਰ ਲਿਆ, ਸਾਡੀ ਗੱਲ ਨਹੀਂ ਸੁਣਦਾ। ਉਹ ਆਂਦੇ ਨੇ ਤਪੇ ਨੂੰ ਬਾਹਰ ਕੱਢ ਕੇ ਜਿਸ ਖੇਤ ਵਿੱਚ ਲਿਜਾਓਗੇ ਉਸ ਖੇਤ 'ਚ ਮੀਂਹ ਪਏਗਾ। ਫਿਰ ਸਾਧ ਸੰਗਤ ਜੀ ਉਹਨਾਂ ਨੇ ਉਸ ਤਪੇ ਨੂੰ ਅੰਦਰੋਂ ਬਾਹਰ ਕੱਢਿਆ। ਬਾਹਰ ਕੱਢ ਕੇ 2 ਬਲਦਾਂ ਦੇ ਮਗਰ ਉਸ ਤਪੇ ਨੂੰ ਬੰਨ੍ਹ ਲਿਆ ਅਤੇ ਉਹਨੂੰ ਖੇਤਾਂ ਵਿੱਚ ਲਿਜਾਂਦੇ ਨੇ। ਜਦੋਂ ਬਾਹਰ ਹੀ ਕੱਢਿਆ ਸੀ ਅਤੇ ਬੱਦਲ ਆ ਗਿਆ, ਅਤੇ ਜਦੋਂ ਖੇਤਾਂ ਵਿੱਚ ਲੈ ਕੇ ਗਏ ਘੜੀਸਦੇ ਨੂੰ, ਅਤੇ ਉਹ ਉੱਥੇ ਜਿਹੜਾ ਸੀ ਮੀਂਹ ਪੈਣਾ ਸ਼ੁਰੂ ਹੋ ਗਿਆ। ਸਤਿਗੁਰੂ ਰਾਮ ਸਿੰਘ ਜੀ ਬਚਨ ਕੀਤਾ, ਇਹ ਉਹ ਤਪਾ ਜੋਗੀ ਏ ਜਿਹੜਾ ਤੇਰਾ ਪਿੱਛਾ ਨਹੀਂ ਛੱਡਦਾ ਪਿਆ। ਤੂੰ ਉਹ ਜਾਟਿਆਂ ਜਿਹਨੇ ਸਭ ਤੋਂ ਪਹਿਲਾਂ ਇਹਦੇ ਪੈਰਾਂ ਨੂੰ ਰੱਸਾ ਪਾਇਆ ਸੀ। ਇਸ ਕਰਕੇ ਇਹ ਗੁਰੂ ਨਾਨਕ ਦਾ ਨਾਮ ਜਪਦਾ ਆ ਤੂੰ, ਤੇਰਾ ਇਹ ਵਿਗਾੜ ਨਹੀਂ ਸਕਿਆ ਕੁਝ। ਸਾਧ ਸੰਗਤ ਜੀ, ਸੱਚ ਪਾਤਸ਼ਾਹ ਜੀ ਦੇ ਮਾਰਗ 'ਤੇ ਚੱਲਦਿਆਂ, ਉਹਨਾਂ ਦੇ ਹੁਕਮਾਂ 'ਤੇ ਚੱਲਦਿਆਂ, ਜਦੋਂ ਅਸੀਂ ਮੂੰਹ ਸਤਿਗੁਰ ਵੱਲ ਨੂੰ ਸਿੱਧਾ ਹੋਵੇ ਨਾ, ਅਤੇ ਸਾਡਾ ਕੋਈ ਵੀ ਕੁਝ ਨਹੀਂ ਵਿਗਾੜ ਸਕਦਾ। ਅਤੇ ਜਿਹੜਾ ਨਿੰਦਕ ਹੁੰਦਾ ਨਾ, ਅੱਜ ਕੱਲ੍ਹ ਹੁਣ ਸਮਾਂ ਹੋ ਗਿਆ, ਮੈਂ ਕੋਈ ਹੋਰ ਬਚਨ ਨਹੀਂ ਸੁਣਾਉਂਦਾ। ਸੱਚ ਪਾਤਸ਼ਾਹ ਜੀ ਕਿਰਪਾ ਰੱਖਣ, ਸਾਡੇ ਮਨ ਜਿਹੜੇ ਨੇ ਉਹ ਬਣੇ ਰਹਿਣ, ਚੰਗੇ ਬਣੇ ਰਹਿਣ। ਕਈ ਵਾਰ ਸਿੱਖ ਇਹ ਕਹਿ ਦਿੰਦੇ ਨੇ, ਨਹੀਂ ਜੀ ਸਿੱਖ ਆਇਆ ਆ, ਉਹਦੀ ਆਓ ਭਗਤ ਕਰਨੀ ਹੈ, ਉਹਦੀ ਸੇਵਾ ਕਰਨੀ ਚਾਹੀਦੀ, ਉਹਨੂੰ ਲੰਗਰ ਛਕਾਉਣਾ ਚਾਹੀਦਾ ਹੈ। ਪਰ ਸਾਧ ਸੰਗਤ ਜੀ, ਜਿਹੜਾ ਨਿੰਦਕ ਹੋਵੇ ਨਾ, ਉਹ ਸਿੱਖ ਹੀ ਨਹੀਂ ਹੁੰਦਾ। ਪਹਿਲੀ ਗੱਲ, ਸਿੱਖ ਨਿੰਦਕ ਨਹੀਂ ਹੋ ਸਕਦਾ, ਅਤੇ ਜਦੋਂ ਨਿੰਦਕ ਹੋ ਗਿਆ ਫਿਰ ਉਹ ਸਿੱਖ ਨਹੀਂ ਰਹਿ ਗਿਆ। ਇਸ ਕਰਕੇ ਜਿਹੜਾ ਵੀ ਕੋਈ ਸਤਿਗੁਰ ਦੀ ਨਿੰਦਿਆ ਕਰਦਾ ਹੈ, ਸਤਿਗੁਰ ਦੀ ਵਿਰੋਧਤਾ ਕਰਦਾ ਹੈ, ਤੁਸੀਂ ਜੇ ਉਹਦਾ ਵਿਰੋਧ ਕਰੋਗੇ ਤੁਹਾਨੂੰ ਪਾਪ ਨਹੀਂ ਲੱਗਣਾ, ਤੁਸੀਂ ਆਪਣੇ ਸਤਿਗੁਰ ਦੇ ਸਿੱਖ ਅਖਵਾਓਗੇ, ਪੂਰਨ ਸਿੱਖ ਅਖਵਾਓਗੇ। ਮੈਂ ਸ਼ਾਰਟ ਫਾਰਮ 'ਚ ਬਚਨ ਸੁਣਾ ਦਿੰਦਾ, ਕਿਸੇ ਦਿਨ ਚਾਚਾ ਜੀ ਸ਼ਾਇਦ ਉਹ ਸੁਣਾਉਣਗੇ ਆਪਾਂ ਨੂੰ। ਸਤਿਗੁਰੂ ਪ੍ਰਤਾਪ ਸਿੰਘ ਜੀ ਅਫਰੀਕਾ ਗਏ ਸਨ, ਅਫਰੀਕਾ ਦਰਸ਼ਨ ਦਿੱਤੇ, ਅਤੇ ਉੱਥੇ ਆਪਣੇ ਕਾਫੀ ਸਿੱਖ ਸਨ ਜਿਹੜੇ ਉਹ ਬਾਹਰ, ਕਿਉਂਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਹਰੇਕ ਗੁਰਦੁਆਰੇ ਵਿੱਚ ਸੱਚ ਪਾਤਸ਼ਾਹੀ ਦਰਸ਼ਨ ਦਿੰਦੇ ਸਨ, ਸਿੰਘ ਸਭੀਆਂ ਦੇ ਗੁਰਦੁਆਰਿਆਂ ਜਾਂਦੇ ਸਨ। ਉਹ ਜਾ ਕੇ ਸਿੱਖਾਂ ਨੇ ਜਦੋਂ ਦਰਸ਼ਨ ਕੀਤਾ ਉੱਥੇ ਉਹਨਾਂ ਨੇ ਦੇਹਧਾਰੀ ਗੁਰੂ ਦੇ ਖਿਲਾਫ ਗੱਲ ਕੀਤੀ। ਜਦੋਂ ਗੱਲ ਕੀਤੀ ਤਾਂ ਆਪਣਾ ਜਿਹੜਾ ਪ੍ਰਬੰਧਕ ਸੀ, ਮੈਨੂੰ ਉਹਦਾ ਨਾਮ ਭੁੱਲ ਗਿਆ, ਉਹਨਾਂ ਨੇ ਜਾ ਕੇ ਸਾਰੇ ਬੰਦਿਆਂ ਦੇ ਵਿੱਚ ਖਲੋ ਕੇ ਡਟ ਕੇ ਵਿਰੋਧ ਕੀਤਾ ਵੀ ਤੁਸੀਂ ਕੌਣ ਹੁੰਦੇ ਹੋ ਮੇਰੇ ਗੁਰੂ ਨੂੰ ਮਾੜਾ ਆਖਣ ਵਾਲੇ। ਜਿਹੜੇ ਆਪਣੇ ਬਾਕੀ ਨਾਮਧਾਰੀ ਸਨ ਉਹ ਥੋੜ੍ਹੇ ਚੁੱਪ ਕੀਤੇ ਰਹੇ। ਉਹਨਾਂ ਨੇ ਜਦੋਂ ਚਲੋ ਉੱਥੇ ਲੜਾਈ ਦਾ ਮਾਹੌਲ ਬਣ ਗਿਆ, ਲੜਾਈ ਤਾਂ ਨਾ ਹੋਈ। ਅਮਰ ਸਿੰਘ ਜੀ ਸਨ ਚੱਬਰ ਲੰਬੜਦਾਰ, ਉਹ ਜਦੋਂ ਨਾ ਵਾਪਸ ਆਏ ਸਤਿਗੁਰੂ ਪ੍ਰਤਾਪ ਸਿੰਘ ਜੀ ਕੋਲ, ਅਤੇ ਉਹਨਾਂ ਨੇ ਆਣ ਕੇ ਸਿੱਖਾਂ ਸੱਚ ਪਾਤਸ਼ਾਹ ਜੀ ਪੁੱਛਿਆ ਵੀ ਸਿੱਖਾਂ ਨੇ ਅਰਜ਼ ਕੀਤੀ ਗਰੀਨਾ ਜੀ, ਆਹ ਦੇਖ ਲਓ ਅਮਰ ਸਿੰਘ ਉੱਥੇ ਗਿਆ, ਜਾ ਕੇ ਲੜਾਈ ਕਰਦਾ ਸੀਗਾ, ਅਤੇ ਸੱਚ ਪਾਤਸ਼ਾਹ ਜੀ ਨੂੰ ਕਹਿੰਦਾ ਕੀ ਹੋਇਆ? ਉਹਨਾਂ ਨੇ ਸਾਰੀ ਗੱਲ ਸੁਣਾਈ, ਅਤੇ ਸੱਚ ਪਾਤਸ਼ਾਹ ਨੂੰ ਕਹਿੰਦਾ ਫਿਰ ਤੁਸੀਂ ਕੀ ਕੀਤਾ? ਉਹ ਆਂਦੇ ਜੀ ਅਸੀਂ ਤਾਂ ਚੁੱਪ ਕਰ ਗਏ, ਡਰ ਗਏ ਕਿ ਇਹ ਤਾਂ ਬੰਦੇ ਜ਼ਿਆਦੇ ਨੇ, ਅਸੀਂ ਥੋੜ੍ਹੇ ਹਾਂ। ਅਤੇ ਅਮਰ ਸਿੰਘ ਆਇਆ, ਇਹਨੇ ਤਾਂ ਪਰਵਾਹ ਹੀ ਨਹੀਂ ਕੀਤੀ ਕਿਸੇ ਗੱਲ ਦੀ, ਇਹ ਤਾਂ ਦਵਾ ਦਵ ਉਹਨਾਂ ਨਾਲ ਲੜਨ ਲੱਗ ਗਿਆ ਉਸੇ ਵੇਲੇ। ਇਹ ਅਤੇ ਸੱਚ ਪਾਤਸ਼ਾਹ ਤੁਸੀਂ ਤਾਂ ਨਾ ਕੋਈ ਕੁਝ ਬੋਲੇ? ਕਹਿੰਦਾ ਜੀ ਨਹੀਂ ਅਸੀਂ ਕੁਝ ਨਹੀਂ ਬੋਲੇ ਵੀ ਇੱਥੇ ਲੜਾਈ ਨਾ ਹੋ ਜੇ। ਸੱਚ ਪਾਤਸ਼ਾਹ ਕੀਤਾ ਫਿਰ ਪਿਓ ਦਾ ਕੌਣ ਨਿਕਲਿਆ, ਤੁਸੀਂ ਨਿਕਲੇ ਕਿ ਅਮਰ ਸਿੰਘ ਨਿਕਲਿਆ? ਸੱਚ ਪਾਤਸ਼ਾਹ ਕੀਤਾ ਸਿੱਖ ਦਾ ਫਰਜ਼ ਹੀ ਬਣਦਾ ਹੈ, ਗੁਰ ਕੀ ਨਿੰਦਾ ਸੁਣੈ ਨਾ ਕਾਣ, ਵੀ ਇਹ ਕੰਨਾਂ ਦੇ ਨਾਲ ਗੁਰੂ ਦੀ ਨਿੰਦਿਆ ਨਹੀਂ ਸੁਣਨੀ, ਜਾਂ ਮਰ ਜੇ ਜਾਂ ਮਾਰ ਦੇ ਜਾਂ ਉੱਥੋਂ ਚਲਾ ਜਾਵੇ। ਇਸ ਕਰਕੇ ਉਹ ਫਿਰ ਅਮਰ ਸਿੰਘ ਜਿਹੜਾ ਸੀ ਨੰਬਰਦਾਰ, ਉਹ ਹੀ ਆਪਣੇ ਗੁਰੂ ਦਾ ਹੋ ਨਿਬੜਿਆ।
ਸੱਚ ਪਾਤਸ਼ਾਹ ਜੀ ਕਿਰਪਾ ਕਰਨ। ਇਹ ਕਈ ਵਾਰ ਸਮੇਂ ਆ ਜਾਂਦੇ ਨੇ, ਬੜੇ ਪਿਆਰ ਨਾਲ ਸਮਝਾਓ, ਜੇ ਕੋਈ ਮੰਨ ਜੇ ਠੀਕ, ਜੇ ਨਾ ਮੰਨੇ ਉਹਦਾ ਖਹਿੜਾ ਛੱਡ ਦਿਓ। ਉਦੋਂ ਹੋਰ ਗੱਲਾਂ ਇੱਧਰ ਉੱਧਰ ਦੇ ਨਾ ਕਰੋ, ਪਰ ਨਿੰਦਕ ਦਾ ਉਸੇ ਵੇਲੇ ਖਹਿੜਾ ਛੱਡਣ 'ਚ ਹੀ ਫਾਇਦਾ ਹੁੰਦਾ ਹੈ। ਮੈਂ ਇੰਨਾ ਕੁਝ ਕਹਿੰਦਾ ਹੋਇਆ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕ ਹਾਂ। ਸਤਿ ਸ੍ਰੀ ਅਕਾਲ।